ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਬਹੁਤ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਕੈਨੇਡਾ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਖਬਰਾਂ ਦੇ ਵਿੱਚ ਅਸੀਂ ਜਿੱਥੇ ਕੈਨੇਡੀਅਨ ਪੋਲਿਟਿਕਸ ਤੋਂ ਸ਼ੁਰੂਆਤ ਕਰਾਂਗੇ, ਉੱਥੇ ਹੀ ਦੁਨੀਆ ਦੇ ਵਿੱਚ ਨਿਊਕਲੀਅਰ ਟੈਸਟ ਨੂੰ ਲੈ ਕੇ ਜਾਂ ਨਿਊਕਲੀਅਰ ਪਾਵਰ ਆਪੋ ਆਪਣੀ ਵੱਡੀ ਦਿਖਾਉਣ ਦੇ ਚੱਕਰਾਂ ਦੇ ਵਿੱਚ ਇੱਕ ਕਿਸ ਪਾਸੇ ਨੂੰ ਸਿਸਟਮ ਚੱਲ ਰਿਹਾ, ਉਹਦੇ ਉੱਤੇ ਵਿਚਾਰ ਚਰਚਾ ਹੋਏਗੀ। ਹੁਣ ਇਹ ਜਿਹੜੀ ਸਥਿਤੀ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਕੁ ਦੇਸ਼ਾਂ ਦੀ ਖਾਸ ਕਰਕੇ ਉਹ ਕਾਫੀ ਜਿਹੜੀ ਹੈ ਗੰਭੀਰ ਹੁੰਦੀ ਜਾ ਰਹੀ ਆ, ਕਿਉਂਕਿ ਇਹ ਰੋਜ਼ ਖਬਰਾਂ ਦੇ ਵਿੱਚ ਥੋੜੀ ਅਪਡੇਟ ਹੁੰਦੀ ਆ ਤੇ ਉਹ ਕੋਸ਼ਿਸ਼ ਕਰੀਦੀ ਆ ਵੀ ਹਰ ਦੂਜੇ ਤੀਜੇ ਦਿਨ ਤੁਹਾਡੇ ਨਾਲ ਉਹ ਸਾਰਾ ਕੁਝ ਸਾਂਝਾ ਕਰੀਏ ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ ਕਿ ਆਖਿਰਕਾਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਚੱਲ ਕੀ ਰਿਹਾ ਮਾਹੌਲ ਸਾਰਾ। ਸੋ ਗਰੈਲ ਸਾਹਿਬ ਨਾਲ ਨੇ ਸਾਰੀਆਂ ਜਾਣਕਾਰੀਆਂ ਦੇਣ ਲਈ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ, ਧੰਨਵਾਦ। ਸਭ ਤੋਂ ਪਹਿਲਾਂ ਜਿਹੜੀ CPC ਲੀਡਰਸ਼ਿਪ ਹੈ, ਜਿਹੜੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਆ, ਠੀਕ ਹੈ, ਪੀਅਰ ਪੋਲੀਬੋ ਉਹਨਾਂ ਦੇ ਨਵੇਂ ਲੀਡਰ ਬਣੇ ਨੇ, ਪਰ ਲੀਡਰਸ਼ਿਪ ਰੇਸ ਦੇ ਵਿੱਚ ਕੋਈ ਹੋਰ ਵੀ ਸਨ ਤੇ ਉਹਨਾਂ ਨੂੰ ਹੁਣ ਕਹਿੰਦੇ ਕਿ ਜੁਰਮਾਨਾ ਹੋਇਆ। ਜੁਰਮਾਨਾ ਇੰਨੀ ਲੇਟ ਬਾਅਦ ਆ ਕੇ ਕਿਉਂ ਹੋਇਆ ਤੇ ਕਿਹਨਾਂ ਨੂੰ ਹੋਇਆ ਜੀ? ਦੇਖੋ, ਜਦੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਸ਼ੁਰੂ ਹੋਈ ਹੈ ਤਾਂ ਉਹਦੇ 'ਚ ਦੋ ਪ੍ਰੋਮੀਨੈਂਟ ਓਪੋਨੈਂਟ ਮੰਨੇ ਜਾਂਦੇ ਸੀ, ਪੀਅਰ ਪੋਲੀਵ ਤੇ ਪੈਟਰਿਕ ਬਰਾਊਨ। ਪੈਟਰਿਕ ਬਰਾਊਨ ਜਿਹੜੇ ਕਿ ਬਰੈਂਪਟਨ ਦੇ ਮੇਅਰ ਵੀ ਸੀ, ਦੁਬਾਰਾ ਵੀ ਰੀਇਲੈਕਟ ਹੋ ਚੁੱਕੇ ਨੇ। ਉਹਨਾਂ ਨੂੰ ਸਾਊਥ ਏਸ਼ੀਅਨ ਤੇ ਵਿਜ਼ੀਬਲ ਮਾਈਨੋਰਿਟੀਜ਼ ਦੀ ਬੜੀ ਜ਼ਿਆਦਾ ਸਪੋਰਟ ਵੀ ਸੀ। ਉਹਨਾਂ ਨੇ ਕਾਫੀ ਮੈਂਬਰਸ਼ਿਪ ਸਾਈਨ ਕੀਤੀ ਤੇ ਉਹਨਾਂ ਨੂੰ ਪਾਰਟੀ ਨੇ, ਕੰਜ਼ਰਵੇਟਿਵ ਪਾਰਟੀ ਨੇ ਪੈਟਰਿਕ ਬਰਾਊਨ ਨੂੰ ਡਿਸਅਲਾਉ ਕਰ ਦਿੱਤਾ, ਲੀਡਰਸ਼ਿਪ ਤੋਂ ਬਾਹਰ ਕੱਢ ਦਿੱਤਾ। ਉਸ ਟਾਈਮ ਤੇ ਕੁਝ ਐਲੀਗੇਸ਼ਨ ਲੱਗੇ ਸੀ ਜਿਹੜੇ ਨਹੀਂ ਦੱਸੇ ਗਏ। ਹੁਣ ਉਹਨਾਂ ਬਾਰੇ ਕੁਝ ਇਨਫੋਰਮੇਸ਼ਨ ਹੋਈ ਹੈ ਕਿ 500 ਦੇ ਕਰੀਬ ਮੈਂਬਰਸ਼ਿਪ ਉਹਨਾਂ ਨੇ ਬਣਾਈ ਜਿਨ੍ਹਾਂ ਨੇ ਰੂਲਸ ਨੂੰ ਕੰਪਲਾਈ ਨਹੀਂ ਕੀਤਾ, ਰੂਲਸ ਦੇ ਅਧੀਨ ਨਹੀਂ ਬਣਾਇਆ। ਤੇ ਇਹ ਮਾਮਲਾ ਸੀ ਜਿਹੜਾ ਕੰਜ਼ਰਵੇਟਿਵ ਪਾਰਟੀ ਨੇ ਫਾਈਨੈਂਸਿੰਗ ਦੇ ਰੂਲਸ ਨੂੰ ਮੁੱਖ ਰੱਖ ਕੇ ਉਹ ਇਲੈਕਸ਼ਨ ਕੈਨੇਡਾ ਦੇ ਚੀਫ ਰਿਟਰਨਿੰਗ ਆਫਿਸਰ ਨੂੰ ਦੇ ਦਿੱਤਾ। ਚੀਫ ਰਿਟਰਨਿੰਗ ਆਫਿਸਰ ਨੇ ਰਿਕਮੈਂਡ ਕੀਤਾ ਕਿ ਇਸ ਕੈਂਡੀਡੇਟ ਨੂੰ ਡਿਸਕੁਆਲੀਫਾਈ ਕੀਤਾ ਜਾਵੇ, ਜਿਹਦੇ ਆਧਾਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਨੇ ਪੈਟਰਿਕ ਬਰਾਊਨ, ਇੱਕ ਲੀਡਿੰਗ ਕੈਂਡੀਡੇਟ, ਨੂੰ ਡਿਸਅਲਾਉ ਕਰ ਦਿੱਤਾ। ਹੁਣ ਅੱਜ ਜਾ ਕੇ ਪਾਰਟੀ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਪੈਟਰਿਕ ਬਰਾਊਨ ਦਾ ਜਿਹੜਾ ਕੰਪਲਾਇੰਸ ਡਿਪੋਜ਼ਿਟ ਦਿੱਤਾ ਸੀ $1 ਲੱਖ, ਉਹ ਉਹਨੂੰ $1 ਲੱਖ ਦੇ ਬਰਾਬਰ ਜੁਰਮਾਨਾ ਕਰਕੇ ਉਹਦਾ ਕੰਪਲਾਇੰਸ ਦਾ ਜਿਹੜਾ ਡਿਪੋਜ਼ਿਟ ਦਿੱਤਾ ਉਹ ਵਾਪਸ ਨਹੀਂ ਦਿੱਤਾ ਜਾਣਾ। ਸੋ ਇਸ ਕਰਕੇ ਇਹ ਜੁਰਮਾਨਾ ਕੀਤਾ ਗਿਆ ਤੇ ਪੈਟਰਿਕ ਬਰਾਊਨ ਦੀ ਕਮਿਊਨੀਕੇਸ਼ਨ ਦੇ ਜਿਹੜੇ ਡਾਇਰੈਕਟਰ ਸੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੈਂਬਰਸ ਨੇ ਪੈਟਰਿਕ ਬਰਾਊਨ ਦੀ ਬਦੌਲਤ ਪਾਰਟੀ ਨੂੰ, ਕੰਜ਼ਰਵੇਟਿਵ ਪਾਰਟੀ ਨੂੰ ਡੋਨੇਸ਼ਨਸ ਦਿੱਤੇ ਨੇ, ਕਿਉਂਕਿ ਉਹ ਇੱਕ ਪ੍ਰੋਗਰੈਸਿਵ ਕੈਂਡੀਡੇਟ ਦੇ ਤੌਰ ਤੇ ਉੱਭਰ ਕੇ ਆ ਰਹੇ ਸੀ ਤੇ ਉਹਨਾਂ ਨੂੰ ਉਹ ਸਾਰੇ ਡੋਨਰਸ ਨੂੰ ਸਾਰੇ ਪੈਸੇ ਵਾਪਸ ਕੀਤੇ ਜਾਣ। ਸੋ ਇਸ ਕਰਕੇ ਕਸ਼ਮ ਹੋ ਰਹੀ ਹੈ ਤੇ ਇੱਦਾਂ ਲੱਗ ਰਿਹਾ ਕਿ ਇਹ ਸਥਿਤੀ ਜਿਹੜੀ ਸ਼ਾਇਦ ਕੋਰਟ ਦੇ ਵਿੱਚ ਵੀ ਜਾਵੇ ਤੇ ਕੋਰਟ ਦੇ ਵਿੱਚ ਇਹਦੇ ਬਾਰੇ ਕੋਈ ਅਪੀਲ ਕੀਤੀ ਜਾਵੇ ਜਾਂ ਇਹਦੇ ਬਾਰੇ ਕੋਈ ਅੱਗੇ ਫਰਦਰ ਪ੍ਰੋਸੀਡਿੰਗ ਹੋਵੇ। ਸੋ ਇਹ ਸਥਿਤੀ ਹੈ ਜਿਹੜੀ ਥੋੜ੍ਹੀ ਬਹੁਤੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਅਕਸਰ ਪਾਰਟੀਆਂ ਆਪਣੀ ਮਨਮਾਨੀਆਂ ਕਰਦੀਆਂ ਨੇ, ਕਿਸੇ ਕੈਂਡੀਡੇਟ ਨੂੰ ਕੱਢਣਾ ਜਾਂ ਕਿਸੇ ਕੈਂਡੀਡੇਟ ਨੂੰ ਜਾਂ ਮੈਂਬਰਸ਼ਿਪ ਕਿਸੇ ਦੀ ਕੈਂਸਲ ਕਰਨੀ ਤਾਂ ਉਹਨਾਂ ਲਈ ਉਹ ਆਪਣੀਆਂ ਅਜਿਹੀਆਂ ਨੀਤੀਆਂ ਵਰਤਦੇ ਨੇ ਜਿਹਦੇ ਵਿੱਚ ਕੋਰਟ ਦੇ ਵਿੱਚ ਘੱਟ ਹੀ ਚੈਲੰਜ ਹੁੰਦੇ ਨੇ ਤੇ ਜਾਂ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਪ੍ਰੋਪਰਲੀ ਫੋਲੋ ਨਹੀਂ ਕੀਤਾ ਜਾਂਦਾ। ਉਹਦੇ ਕਰਕੇ ਨਾ ਹੀ ਇਲੈਕਸ਼ਨ ਕੈਨੇਡਾ ਇਨਵੋਲਵ ਹੁੰਦੀ ਹੈ, ਨਾ ਹੀ ਕੋਰਟਸ ਇਨਵੋਲਵ ਹੁੰਦੀਆਂ। ਪਾਰਟੀਆਂ ਆਪਣੀਆਂ ਸੈਲਫ ਐਡਮਿਨਿਸਟਰਡ ਪਾਲਿਸੀਜ਼ ਯੂਜ਼ ਕਰਦੀਆਂ ਨੇ ਤੇ ਉਹਨਾਂ ਬਾਰੇ, ਚਾਹੇ ਉਹ NDP ਦੀ ਲੀਡਰਸ਼ਿਪ CBC ਦੇ ਵਿੱਚ, ਚਾਹੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਹੈ, ਇਹਦੇ ਬਾਰੇ ਡੈਮੋਕ੍ਰੇਸੀ ਦੇ ਉੱਤੇ ਇੱਕ ਸਵਾਲੀਆ ਮਾਰਕ ਲੱਗਦਾ ਹੈ। ਬਿਲਕੁਲ ਠੀਕ ਹੈ ਜੀ। ਅੱਛਾ, ਅਗਲੀ ਗੱਲ, ਰੀਸੈਂਟਲੀ ਕੱਲ੍ਹ ਨੂੰ ਐਕਸਪ੍ਰੈਸ ਐਂਟਰੀ ਦਾ ਡਰਾ ਆਇਆ ਸੀ, ਉਹਦੀ ਆਪਾਂ ਗੱਲ ਕਰਦੇ ਹਾਂ। ਉਹਦੇ ਕਰਨ ਦੀ ਵਜ੍ਹਾ ਕਿਉਂਕਿ ਇਮੀਗ੍ਰੇਸ਼ਨ ਇੱਕ ਵੱਡਾ ਜਿਹੜਾ ਇਸ ਵਕਤ ਕੈਨੇਡਾ ਦੀ ਇਕੋਨਮੀ ਦੇ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਧੰਦਾ ਬਣਿਆ ਤੇ ਉਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਚਾਹੇ ਉਹ ਫੀਸਾਂ ਲੈ ਕੇ ਆਉਂਦੇ ਨੇ, ਚਾਹੇ ਕਈ ਕੁਛ ਆ ਦੇਸ਼ ਦੇ ਵਿੱਚ ਪੈਸਾ ਬਾਹਰੋਂ ਲੈ ਕੇ ਆ ਰਹੇ ਕਿਸੇ ਢੰਗ ਤਰੀਕੇ ਨਾਲ। ਸੋ ਇਹਦੇ ਵੱਲ ਖਾਸ ਧਿਆਨ ਦੇਣ ਦੀ ਵਾਰ-ਵਾਰ ਗੱਲ ਵੀ ਚੱਲਦੀ ਆ। ਹੁਣ ਰੀਸੈਂਟਲੀ ਡਰਾ ਆਇਆ, ਡਰਾ ਕੀ ਆਇਆ, ਹੁਣ ਉਹ ਕੀ ਮਾਇਨੇ ਰੱਖਦਾ ਆ? ਕਿਉਂਕਿ ਲੰਮੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਆ ਵੀ ਸਕੋਰ ਬਹੁਤ ਹਾਈ ਚੱਲਦੇ ਆ, ਅਸੀਂ ਫਾਈਲ ਪੱਕਿਆਂ ਹੋਣ ਦੀ ਨਹੀਂ ਲਾ ਸਕਦੇ। ਕੁਛ ਕੁ ਪੁਆਇੰਟਾਂ ਤੋਂ ਬਹੁਤ ਸਾਰੇ ਬੰਦੇ ਰਹੀ ਜਾਂਦੇ ਸੀਗੇ ਤੇ ਕੁਛ ਕੁ ਨੂੰ ਸੱਦੇ ਵੀ ਆਏ ਨੇ। ਹਾਂ, ਬਿਲਕੁਲ। ਦੇਖੋ, ਜਿਹੜਾ ਕੱਲ੍ਹ ਡਰਾ ਨਿਕਲਿਆ ਐਕਸਪ੍ਰੈਸ ਐਂਟਰੀ ਦਾ, ਉਹਦਾ ਸਕੋਰ ਸੀ 496 ਤੇ 4750 ਲੋਕਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜੇ ਗਏ ਨੇ। ਵੈਸੇ ਐਕਸਪ੍ਰੈਸ ਐਂਟਰੀ ਜਿਹੜੀ ਇਹ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੋਰਨ ਸਕਿੱਲ ਵਰਕਰਸ, ਫੋਰਨ ਸਕਿੱਲ ਟ੍ਰੇਡਸ ਵਾਲੇ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ, ਉਹਨਾਂ ਸਾਰਿਆਂ ਨੂੰ ਕਵਰ ਕਰਦਾ ਹੈ। ਜਿਹੜਾ ਇਹ ਡਰਾ ਆ ਆਲ ਸਿਸਟਮਸ ਦਾ ਡਰਾ ਸੀਗਾ ਤੇ ਇਹਦਾ ਜਿਹੜਾ ਸਕੋਰ ਹੈ 496,
ਇਹ 9ਵਾਂ ਡਰਾ ਜਦ ਤੋਂ ਇਹ ਡਰਾ ਸ਼ੁਰੂ ਹੋਏ ਨੇ 6 ਜੁਲਾਈ ਤੋਂ 18 ਮਹੀਨੇ ਇਹ ਬੰਦ ਰਹੇ ਡਰਾ। ਕੱਲਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਚੱਲਦਾ ਰਿਹਾ ਜਿਹੜਾ ਸਤੰਬਰ 2021 ਤੱਕ ਹੋਇਆ। ਉਸ ਤੋਂ ਬਾਅਦ ਉਹ ਵੀ ਬੰਦ ਕੀਤਾ ਗਿਆ ਤੇ ਜਿਹੜਾ ਸਕੋਰ ਸੀਗਾ ਇਹ 500 ਤੋਂ ਥੱਲੇ ਦਸੰਬਰ 2020 ਤੋਂ ਬਾਅਦ ਪਹਿਲੀ ਵਾਰੀ ਇਦਾਂ ਹੋਇਆ। ਸੋ ਇਸ ਕਰਕੇ ਜਿਹੜਾ ਆਲ ਪ੍ਰੋਗਰਾਮ ਦਾ ਸਕੋਰ ਹੈ ਘਟਿਆ, ਇਹਦੇ ਨਾਲ ਵੱਧ ਲੋਕਾਂ ਨੂੰ ਓਪਰਚੁਨਿਟੀ ਮਿਲਣੀ ਹੈ। 2 ਸਾਲਾਂ ਬਾਅਦ ਜਾ ਕੇ ਇੱਥੇ ਆਇਆ। ਹਾਂਜੀ 2022 ਦਾ ਜਿਹੜਾ ਐਕਸਪ੍ਰੈਸ ਐਂਟਰੀ ਦਾ ਟਾਰਗੇਟ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਉਹ 55,900 ਦਾ। ਅੱਛਾ, ਹੁਣ ਤੱਕ 28,000 ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ ਸਿਰਫ 28,000 ਲੋਕਾਂ ਨੂੰ ਐਡਮਿਟ ਕੀਤਾ ਗਿਆ। ਸੋ ਜਿਹੜੇ ਕੱਲ ਵਾਲੇ ਇਨਵੀਟੇਸ਼ਨਸ ਪਾ ਕੇ ਕੱਲ ਵਾਲੇ ਇਨਵੀਟੇਸ਼ਨ ਤੋਂ ਪਹਿਲਾਂ ਹਾਂ ਉਦੋਂ ਥੋੜਾ ਜਿਹਾ ਹੋਰ ਵੀ ਪਹਿਲਾਂ 28,000 ਲੋਕ ਐਡਮਿਟ ਕੀਤੇ ਗਏ ਨੇ, ਜਦਕਿ ਟਾਰਗੇਟ 55,900 ਦਾ। ਤੇ ਵੈਸੇ ਜਿਹੜਾ ਟਾਰਗੇਟ ਆ 2022 ਦੇ ਵਿੱਚ ਇਮੀਗ੍ਰੇਸ਼ਨ ਦਾ ਕਾਫੀ ਵੱਡਾ ਟਾਰਗੇਟ ਹੈ 4,31,645 ਦਾ, ਜਿਹੜਾ ਕਿ ਹਿਸਟਰੀ ਦੇ ਵਿੱਚ ਰੈਕਡ ਤੋੜ ਟਾਰਗੇਟ ਹੈ। ਤੇ ਸਟੈਟਸ ਕੈਨੇਡਾ ਨੇ ਇੱਕ ਰਿਪੋਰਟ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਿਲੈਕਸ਼ਨ ਦੇ ਕ੍ਰਾਈਟੀਰੀਆ ਨੇ, ਫੈਕਟਰਸ ਨੇ, ਇਹਨਾਂ ਨੂੰ ਤੇ ਅਰਨਿੰਗਸ ਨੂੰ ਲੈ ਕੇ ਇਮੀਗ੍ਰੈਂਟਸ ਦੀ ਕਿੰਨੀ ਅਰਨਿੰਗ ਹੁੰਦੀ ਹੈ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਰੀਸੈਂਟਲੀ, ਜਿਹੜੀ 2015 ਦੇ ਵਿੱਚ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਗਈ ਸੀ ਇਮੀਗ੍ਰੇਸ਼ਨ ਨੂੰ, ਇਮੀਗ੍ਰੈਂਟਸ ਦਾ ਇੰਪੈਕਟ ਨੂੰ ਸਟੱਡੀ ਕਰਨ ਦੇ ਲਈ। ਉਹਦੇ ਆਧਾਰ ਦੇ ਉੱਤੇ ਰਿਪੋਰਟ ਦਿੱਤੀ ਗਈ, ਜਿਹਦੇ ਆਧਾਰ ਦੇ ਉੱਤੇ CRS ਸਕੋਰ ਹੈ, ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ ਹੈ, ਉਹ ਨਿਰਧਾਰਿਤ ਕੀਤਾ ਗਿਆ ਸੀ। ਸੋ ਹੁਣ ਇਹ ਕਿਹਾ ਗਿਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਬਦਲਿਆ ਜਾ ਰਿਹਾ। 1 ਨਵੰਬਰ ਨੂੰ ਮਿਨਿਸਟਰ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਉਹ ਇੱਕ ਨਵੀਂ ਪਾਲਿਸੀ ਇਮੀਗ੍ਰੇਸ਼ਨ ਦੀ ਲਾਂਚ ਕਰਨ ਜਾ ਰਹੇ ਨੇ। ਦੇਖਦੇ ਹਾਂ ਕਿ ਉਹ ਰਿਪੋਰਟ ਕੀ ਹੋਏਗੀ। ਵੈਸੇ ਇੱਕ ਕੰਪਨੀ ਹੈ ਜਿਹੜੀ ਇਕਨੋਮਿਕ ਰਿਸਰਚ ਕਰਦੀ ਹੈ, ਕੈਪੀਟਲ ਇਕਨੋਮਿਕਸ, ਉਹਨਾਂ ਨੇ ਇੱਕ ਨਵੀਂ ਰਿਪੋਰਟ ਦਿੱਤੀ ਹੈ। ਉਹ ਕਹਿੰਦੇ ਕਿ ਜਦੋਂ ਇਮੀਗ੍ਰੈਂਟਸ ਜ਼ਿਆਦਾ ਆਉਂਦੇ ਨੇ ਕੈਨੇਡਾ ਦੇ ਵਿੱਚ ਤਾਂ ਉਹ ਹੈਲਪ ਕਰਦੇ ਨੇ, ਉਹਦੇ ਨਾਲ ਇਨਫਲੇਸ਼ਨ ਵੀ ਘਟੂਗੀ ਤੇ ਇੰਟਰਸਟ ਰੇਟ ਵੀ ਡਾਊਨ ਆਊਗਾ। ਉਹ ਕਿਸ ਤਰੀਕੇ ਨਾਲ, ਉਹ ਕਹਿੰਦੇ ਨੇ ਕਿ ਜਦੋਂ ਇਮੀਗ੍ਰੈਂਟ ਆਉਂਦੇ ਨੇ ਤਾਂ ਉਹ ਜਿਹੜੀ ਵੈਕੈਂਸੀ ਰੇਟ ਆ ਬਹੁਤ ਹਾਈ ਹੈ। 2020 ਦੇ ਵਿੱਚ ਇੱਕ ਰਿਪੋਰਟ ਆਈ ਸੀ ਜਿਹਦੇ ਅਧੀਨ ਇਹ ਦੱਸਿਆ ਗਿਆ ਕਿ 84% ਵੈਕੈਂਸੀ ਰੇਟ ਇਮੀਗ੍ਰੈਂਟ ਦੇ ਆਉਣ ਨਾਲ ਘਟਿਆ। ਸੋ ਜਿਹੜੀ ਕੈਪੀਟਲ ਇਕਨੋਮੀ ਦੀ ਰਿਪੋਰਟ ਆ ਉਹਦੇ ਮੁਤਾਬਕ ਜਦੋਂ ਵੈਕੈਂਸੀ ਰੇਟ ਘਟਦਾ ਉਹਦੇ ਨਾਲ ਵੇਜਸ ਦੇ ਉੱਤੇ ਬਰਡਨ ਇੰਪਲੋਇਰ ਦੇ ਉੱਤੇ ਘਟਦਾ, ਉਹਦੇ ਨਾਲ ਜਿਹੜੀ ਡਿਮਾਂਡ ਹੈ ਉਹ ਘਟਦੀ ਹੈ ਤੇ ਉਹਦੇ ਨਾਲ ਇਕਨੋਮੀ ਸਟੱਡੀ ਹੁੰਦੀ ਹੈ। ਜਦੋਂ ਇਕਨੋਮੀ ਸਟੱਡੀ ਹੁੰਦੀ ਹੈ ਫਿਰ ਇਨਫਲੇਸ਼ਨ ਘਟਦੀ ਹੈ ਤੇ ਉਹਦੇ ਨਾਲ ਫਿਰ ਇੰਟਰਸਟ ਰੇਟ ਘਟੂਗਾ। ਸੋ ਕਾਫੀ ਦਿਲਚਸਪ ਇਹ ਕੰਟਰੋਵਰਸ਼ੀਅਲ ਕਮੈਂਟ ਹੈ। ਕੁਝ ਲੋਕ ਕਹਿੰਦੇ ਨੇ ਕਿ ਇਮੀਗ੍ਰੈਂਟਸ ਦੇ ਆਉਣ ਦੇ ਨਾਲ ਇੰਟਰਸਟ ਰੇਟ ਮਾਰਗੇਜ ਦਾ ਇੰਟਰਸਟ ਰੇਟ, ਜਿਹੜਾ ਬੈਂਕ ਆਫ ਕੈਨੇਡਾ ਜਿਹੜਾ ਵਧਾ ਰਿਹਾ, ਜਿਹੜਾ ਕਿ ਕੱਲ ਵਧਾਇਆ, ਮਤਲਬ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਬੈਂਕ ਆਫ ਕੈਨੇਡਾ ਦੇ ਮਾਰਗੇਜ ਇੰਟਰਸਟ ਰੇਟਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਹਾਂ, ਵੈਸੇ ਇਸ ਕਰਕੇ ਕੰਟਰੋਵਰਸ਼ੀਅਲ ਹੈ। ਕੁਝ ਲੋਕ ਇਹ ਮੰਨਦੇ ਨੇ ਕਿ ਨਵੇਂ ਇਮੀਗ੍ਰੈਂਟ ਆਉਂਦੇ ਨੇ ਤਾਂ ਰੈਂਟਲ ਰੇਟ ਵੱਧ ਰਹੇ ਨੇ ਕਿਉਂਕਿ ਘਰਾਂ ਦੀ ਸ਼ਾਰਟ ਸਪਲਾਈ ਹੈ। ਪਰ ਇਹ ਕੈਪੀਟਲ ਇਕਨੋਮੀ ਵਾਲੇ ਕਹਿੰਦੇ ਕਿ ਜਦੋਂ ਜਿਹੜੀ ਵੈਕੈਂਸੀ ਰੇਟ ਉਹ ਪੂਰੀ ਤਰ੍ਹਾਂ ਭਰ ਜਾਂਦੀ ਹੈ ਉਹਦੇ ਨਾਲ ਹੈਲਪ ਮਿਲਦੀ ਹੈ। ਸੋ ਇਦਾਂ ਦੀ ਕੁਝ ਕੰਟਰੋਵਰਸੀ ਇਮੀਗ੍ਰੇਸ਼ਨ ਨੂੰ ਲੈ ਕੇ ਇਨਫਲੇਸ਼ਨ ਦੇ ਨਾਲ ਜੋੜਿਆ ਗਿਆ। ਹੁਣ ਇਹਨਾਂ ਦੀ ਇਹ ਗੱਲ ਮੰਨੀ ਜਾਏ ਕਿ ਨਾ ਮੰਨੀ ਜਾਏ, ਕਿਉਂਕਿ ਇਨਫਲੇਸ਼ਨ ਨੂੰ ਘਟਾਉਣ ਦਾ ਇੱਕ ਕਾਰਨ ਤੇ ਗਵਰਨਮੈਂਟ ਵੱਲੋਂ ਜਿਹੜਾ ਇੰਟਰਸਟ ਰੇਟ ਵਧਾਉਣਾ ਵੀ ਦੱਸਿਆ ਜਾਂਦਾ। ਆਫ ਕੋਰਸ ਇੱਕ ਬੰਨੇ ਚਲੋ ਇਮੀਗ੍ਰੇਸ਼ਨ ਨੂੰ ਵਧਾਉਣਾ ਤੇ ਸ਼ਾਇਦ ਆਮ ਲੋਕਾਂ ਦੀ ਸਮਝ ਦੇ ਵਿੱਚ ਆ ਜਾਏ, ਇੰਟਰਸਟ ਰੇਟ ਨੂੰ ਵਧਾਉਣ ਵਾਲਾ ਜੇ ਸਮਝ ਨਹੀਂ ਆਉਂਦਾ ਨਾ, ਕਿਉਂਕਿ ਉਧਰ ਜੇਬ 'ਚੋਂ ਪੈਸੇ ਜਾਣੇ ਆ, ਉਧਰਲੇ ਬੰਨੇ ਜੇਬ 'ਚੋਂ ਕੁਝ ਜਾਣਾ ਨਹੀਂ, ਉਧਰਲੇ ਬੰਨੇ ਜਾਣ ਹੌਲੀ ਹੋਣੀ ਆ ਥੋੜੀ ਜਿਹੀ। ਬਿਲਕੁਲ। ਸੋ ਇਹਦੇ ਨਾਲ ਆਪਾਂ ਹੋਰ ਵੀ ਬਾਕੀ ਬਹੁਤ ਸਾਰੀਆਂ ਖਬਰਾਂ ਕਰਨੀਆਂ, ਪਰ ਕੁਝ ਕੁ ਗੱਲਬਾਤ ਜਿਹੜੀ ਕੱਲ ਦੇ ਇੰਟਰਸਟ ਰੇਟ ਵਧਣ ਤੋਂ ਬਾਅਦ ਸਾਹਮਣੇ ਆਈ ਸੀ ਉਹਦੇ ਵਿੱਚ ਗਰੇਵਾਲ ਸਾਹਿਬ ਬਹੁਤ ਸਾਰਿਆਂ ਦੇ ਕੱਲ ਸਵਾਲ ਤੌਖਲੇ ਆ ਰਹੇ ਆ ਕਿ ਬਈ ਹੁਣ 6ਵੀਂ ਵਾਰੀ ਲਗਾਤਾਰ ਇੰਟਰਸਟ ਰੇਟ ਵੱਧ ਗਿਆ ਤੇ ਗਾਂ ਨੂੰ ਵਧਾਉਣ ਦੀਆਂ ਫਿਰ ਤਿਆਰੀਆਂ ਨੇ। ਕੱਲ ਇੱਥੇ ਇੱਕ ਦੋ ਜਿਹੜੀਆਂ ਨੋਟਰੀ ਫਰਮਸ ਨੇ, ਕੁਝ ਲਾਅ ਫਰਮਸ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਦੱਸਿਆ ਕਿ ਲੋਕ ਬੈਂਕਰਪਸੀ ਦੀਆਂ ਇਨਕੁਆਇਰੀਜ਼ ਬਹੁਤ ਜ਼ਿਆਦਾ ਵਧਾ ਰਹੇ ਆ, ਵੀ ਲੋਕਾਂ ਨੂੰ ਇਸ ਚੀਜ਼ ਦਾ ਹੁਣ ਡਰ ਸਤਾ ਰਿਹਾ ਕਿ ਆਹ ਜਿਹੜੀ ਹਾਈਕ ਆਈ ਹੈ ਕੱਲ, ਇਹਨੇ ਹੁਣ ਸਾਨੂੰ ਹੋਰ ਕਿੰਨਾ ਨੁਕਸਾਨ ਪਹੁੰਚਾਉਣਾ। ਹੁਣ ਕੈਲਕੂਲੇਸ਼ਨਸ ਤੋਂ ਗੱਲਾਂ ਬਾਹਰ ਹੋ ਰਹੀਆਂ ਨੇ ਤੇ ਅਗਲੀਆਂ ਹਾਈਕ ਵਾਸਤੇ ਕੀ ਉਹ ਤਿਆਰ ਨੇ ਕਿ ਨਹੀਂ ਤਿਆਰ ਨੇ। ਹੁਣ ਦੌੜ ਰਿਹਾ ਵੀ ਕਿ ਅਸੀਂ ਬੈਂਕਰਪਸੀ ਫਾਈਲ ਕਰ ਲਾਂਗੇ ਤੇ ਸਾਨੂੰ ਕੀ ਕੁਝ ਬਾਜੂ, ਇਨਕੁਆਇਰੀਜ਼ ਹੋਣ ਲੱਗ ਗਈਆਂ ਉਸ ਚੀਜ਼ ਦੀਆਂ, ਡਰ ਇਸ ਲੈਵਲ ਤੱਕ ਪਹੁੰਚ ਗਿਆ। ਉਹਦਾ ਕਾਰਨ ਇਹ ਹੈ ਕਿ ਜੇ ਫਰਜ਼ ਕਰੋ ਕਿ 4 ਲੱਖ ਦੀ ਤੁਹਾਡੀ ਮੌਰਗੇਜ ਹੈ
ਤੇ ਜੇ 3% ਇੰਟਰਸਟ ਸੀ ਤਾਂ $1893 ਪਰ ਮੰਥ ਤੁਹਾਡੀ ਕਿਸ਼ਤ ਆਉਂਦੀ ਸੀ। ਜਦੋਂ ਇੰਟਰਸਟ ਰੇਟ 4% ਹੋ ਜਾਂਦਾ ਤਾਂ ਤੁਹਾਡੀ ਜਿਹੜੀ ਕਿਸ਼ਤ ਆ ਉਹ 1893 ਤੋਂ ਵੱਧ ਕੇ $2104 ਹੋ ਜਾਂਦੀ ਹੈ। ਤੇ ਜੇ 5% ਹੋ ਜਾਂਦਾ ਫਿਰ 2,03,026 ਹੋ ਜਾਂਦੀ ਹੈ, 2,326 ਹੋ ਜਾਂਦੀ ਹੈ, ਜਿਹੜੀ ਕਿ 22% ਇਨਕਰੀਜ਼ ਹੋ ਗਈ। ਸੋ ਜਦੋਂ ਇਨਕਰੀਜ਼ ਤੁਹਾਡੀ ਮੌਰਗੇਜ ਦੀ ਪੇਮੈਂਟ ਹੁੰਦੀ ਹੈ ਤੇ ਪਰ ਤੁਹਾਡੀ ਇਨਕਮ ਤਾਂ 23% ਵਧੀ ਨਹੀਂ। ਸੋ ਇਸ ਕਰਕੇ ਲੋਕਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਡਿਸਟਰਬ ਹੋ ਜਾਂਦੀ ਹੈ। ਉਹਦੇ ਕਰਕੇ ਲੋਕਾਂ ਨੂੰ ਬੈਂਕਰਪਸੀਆਂ ਕਰਨੀਆਂ ਪੈਂਦੀਆਂ ਨੇ। ਕਹਿੰਦੇ ਵੀ ਇਨਫਲੇਸ਼ਨ ਸਾਨੂੰ ਭਾਵੇਂ ਉਸ ਲੈਵਲ ਤੱਕ ਮਾਰੇ ਨਾ ਮਾਰੇ, ਆ ਵਧੇ ਹੋਏ ਇੰਟਰਸਟ ਰੇਟਸ ਸਾਨੂੰ ਸਿੱਧੇ ਡਾਇਰੈਕਟਲੀ ਜਿਹੜੇ ਆ ਮਾਰਨ ਲੱਗ ਪਏ ਨੇ ਆਲਰੇਡੀ, ਤੇ ਗਾਂ ਪਤਾ ਨਹੀਂ ਕੀ ਹੁੰਦਾ। ਹੁਣ ਅਸੀਂ ਰਸ਼ੀਆ ਦੇ ਨਾਲ ਸੰਬੰਧਿਤ ਕੁਝ ਬਹੁਤ ਤਾਜ਼ੀਆਂ ਅਪਡੇਟਸ ਨੇ, ਉਹਨਾਂ ਦੀ ਗੱਲ ਕਰਨੀ। ਅਪਡੇਟਸ ਅੱਗੇ ਵੀ ਬਹੁਤ ਆਉਂਦੀਆਂ ਸੀ। ਰਸ਼ੀਆ ਨੇ ਜਦੋਂ ਦਾ ਯੂਕਰੇਨ ਦੇ ਉੱਤੇ ਹਮਲਾ ਕੀਤਾ ਉਸ ਤੋਂ ਬਾਅਦ ਤਰ੍ਹਾਂ ਦੀਆਂ ਅਪਡੇਟਸ ਆਉਂਦੀਆਂ ਵੀ ਹੁਣ ਰਸ਼ੀਆ ਕੀ ਕਰੇਗਾ, ਜਾਂ ਹੁਣ ਰਸ਼ੀਆ ਆਹ ਕਰੇਗਾ, ਹੁਣ ਫਲਾਣਾ ਬੰਬ ਟੈਸਟ ਕਰ ਰਹੇ ਆ। ਪਰ ਹੁਣ ਨਿਊਕਲੀਅਰ ਟੈਸਟ ਦੀਆਂ ਜਿਹੜੀਆਂ ਐਕਸਰਸਾਈਜ਼ਸ ਦੀਆਂ ਪਹਿਲਾਂ ਖਬਰਾਂ ਚੱਲਦੀਆਂ ਸਨ, ਹੁਣ ਉਹ ਚੀਜ਼ ਜਿਹੜੀ ਹੈ ਸੱਚੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਕਿਉਂਕਿ ਜਦੋਂ ਵੱਡੇ ਅਫੀਸ਼ੀਅਲਸ ਦੀ ਦੇਖ ਰੇਖ ਹੇਠ ਅਜਿਹੇ ਕੰਮਕਾਰ ਹੋਣ ਤੇ ਫਿਰ ਉਹਦਾ ਖਤਰਾ ਜਿਹੜਾ ਹੋਰ ਵੀ ਵੱਧਦਾ। ਗਰੇਵਾਲ ਸਾਹਿਬ, ਕੀ ਫਰਕ ਅੱਗੇ ਨਾਲੋਂ ਪੈ ਰਿਹਾ ਉਧਰਲੇ ਬੰਨੇ ਵਾਰ ਵਾਲੇ ਪਾਸੇ? ਇਹ ਨਿਊਕਲੀਅਰ ਵਾਰ ਦਾ ਖਤਰਾ ਵੱਧਦਾ ਕਾਫੀ ਜ਼ਿਆਦਾ ਵੱਧ ਚੁੱਕਾ ਹੁਣ। ਦੇਖੋ, ਇਸ ਮੁੱਦੇ ਦੇ ਉੱਤੇ ਕਾਫੀ ਅਹਿਮ ਇਨਫੋਰਮੇਸ਼ਨ ਹੈ। ਸੋ ਆਪਾਂ ਵਨ ਆਫਟਰ ਦੀ ਅਦਰ ਚੱਲਦੇ ਹਾਂ। ਪਹਿਲਾਂ ਤਾਂ ਇਹ ਹੈ ਕਿ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਬਾਕੀ ਦੇ ਦੁਨੀਆ ਦੇ ਕਈ ਫੋਰਨ ਮਿਨਿਸਟਰਾਂ ਨੂੰ ਕਾਲ ਕਰਕੇ ਕਿਹਾ ਕਿ ਯੂਕਰੇਨ ਰਸ਼ੀਆ ਦੇ ਉੱਤੇ ਡਰਟੀ ਬੰਬ ਸੁੱਟਣ ਦੀ ਤਿਆਰੀ ਕਰ ਰਿਹਾ। ਡਰਟੀ ਬੰਬ ਕੀ ਹੁੰਦਾ? ਬਹੁਤ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ। ਇਹ ਇੱਕ ਕਨਵੈਨਸ਼ਨਲ ਨਿਊਕਲੀਅਰ ਵੇਸਟ ਤੇ ਰੇਡੀਓ ਐਕਟਿਵ ਵੇਸਟ ਤੋਂ ਬਣਿਆ ਹੋਇਆ ਬੰਬ ਹੁੰਦਾ, ਜਿਹਦੇ ਵਿੱਚ ਹਸਪੀਟਲ ਮਸ਼ੀਨਾਂ ਦਾ, ਐਕਸ-ਰੇ ਮਸ਼ੀਨਾਂ ਦਾ ਡਿਸਪੋਜ਼ਡ ਮਟੀਰੀਅਲ ਤੇ ਜਾਂ ਨਿਊਕਲੀਅਰ ਰਿਐਕਟਰ ਦਾ ਵੇਸਟ ਮਟੀਰੀਅਲ ਉਹਨੂੰ ਯੂਜ਼ ਕਰਕੇ ਬਣਾਇਆ ਜਾਂਦਾ। ਇਨ ਅਦਰ ਵਰਡਸ, ਇਹ ਲਾਈਫ ਥ੍ਰੈਟਨਿੰਗ ਇੰਜਰੀ ਕਾਜ਼ ਤਾਂ ਕਰ ਦਿੰਦਾ, ਪਰ ਜਿੰਨਾ ਨਿਊਕਲੀਅਰ ਬੰਬ ਨੁਕਸਾਨ ਪਹੁੰਚਾਉਂਦਾ ਉਹਨਾਂ ਨਹੀਂ ਕਰਦਾ। ਪਰ ਇਹਦੇ ਨਾਲ ਪੈਨਿਕ ਜ਼ਰੂਰ ਕ੍ਰੀਏਟ ਹੋ ਜਾਂਦਾ। ਸੋ ਇਹ ਇੱਕ ਸਾਈਕੋਲੋਜੀਕਲ ਬੰਬ ਹੈ। ਅੱਛਾ, ਇਸ ਬੰਬ ਨੂੰ ਚਲਾਉਣ ਦੇ ਲਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਐਲੀਗੇਸ਼ਨ ਲਾਈ ਹੈ ਕਿ ਉਹ ਤਿਆਰੀ ਕਰ ਰਹੇ ਨੇ, ਕਿਉਂਕਿ ਯੂਕਰੇਨ ਦੇ ਵਿੱਚ 2 ਨਿਊਕਲੀਅਰ ਰਿਐਕਟਰਸ ਨੇ, ਉਹਨਾਂ ਕੋਲ ਵੇਸਟੇਜ ਵੀ ਹੈ। ਹਾਲਾਂਕਿ ਯੂਕਰੇਨ ਕੋਲ ਨਿਊਕਲੀਅਰ ਬੰਬ ਤਾਂ ਬਣੇ ਨਹੀਂ, ਪਰ ਡਰਟੀ ਬੰਬ ਬਣਾਉਣ ਦੀ ਉਹਨਾਂ ਤੇ ਐਲੀਗੇਸ਼ਨ ਲਾਈ ਹੈ। ਨੇਟੋ ਨੇ ਇਹ ਚੀਜ਼ ਬਾਈ ਨਹੀਂ ਕੀਤੀ। ਨੇਟੋ ਦੇ ਚੀਫ ਨੇ ਕਿਹਾ ਕਿ ਐਕਚੁਅਲੀ ਕੀ ਹੁੰਦਾ, ਇਹ ਬਲੇਮ ਗੇਮ 'ਚ ਰਸ਼ੀਆ ਬਲੀਵ ਕਰਦਾ। ਜਦੋਂ ਰਸ਼ੀਆ ਬਲੇਮ ਕਰਦਾ ਕਿਸੇ ਨੂੰ, ਫਿਰ ਉਹ ਆਪ ਹੀ ਉਹੀ ਕੰਮ ਕਰਨਾ ਹੁੰਦਾ ਉਹਨਾਂ ਨੇ। ਸੋ ਰਸ਼ੀਆ ਨੇ ਡਰਟੀ ਬੰਬ ਯੂਜ਼ ਕਰਨਾ, ਇਸ ਕਰਕੇ ਉਹ ਪਹਿਲਾਂ ਐਲੀਗੇਸ਼ਨ ਲਾ ਰਹੇ ਯੂਕਰੇਨ ਤੇ ਜਾਂ ਯੂਕਰੇਨ ਦੇ ਨਾਂ ਦੇ ਥੱਲੇ ਬੰਬ ਚਲਾ ਦੇਣਗੇ ਤੇ ਫਿਰ ਉਸ ਤੋਂ ਬਾਅਦ ਨਿਊਕਲੀਅਰ ਅਟੈਕ ਕਰਨ ਦੀ ਤਿਆਰੀ ਕਰਨਗੇ। ਇਸ ਮਾਮਲੇ ਦੇ ਵਿੱਚ USA ਨੇ ਚੇਤਾਵਨੀ ਦਿੱਤੀ ਹੈ ਰਸ਼ੀਆ ਨੂੰ, ਪ੍ਰੈਜ਼ੀਡੈਂਟ ਬਾਈਡਨ ਨੇ, ਕਿ ਉਹ ਡਰਟੀ ਬੰਬ ਨਾ ਚਲਾ ਦੇਣ। ਤੇ ਉਹਦੇ ਨਾਲ ਐਸਕੇਲੇਟ ਹੁੰਦੀ ਹੈ ਸਿਚੁਏਸ਼ਨ, ਨਿਊਕਲੀਅਰ ਬੰਬ ਚੱਲਣ ਦੇ ਆਸਾਰ ਵੱਧ ਜਾਂਦੇ ਨੇ। ਤੇ ਨਾਲ ਹੀ ਉਹਨਾਂ ਨੇ ਇੱਕ ਹੌਕ 에ਅਰ ਡਿਫੈਂਸ ਸਿਸਟਮ, ਜਿਹੜਾ ਕਿ ਸਟੋਰੇਜ 'ਚ ਪਿਆ ਸੀ ਰਸ਼ੀਆ ਦਾ, ਅਮਰੀਕਾ ਦਾ, ਉਹ ਰਸ਼ੀਆ ਨੂੰ ਦਿੱਤਾ ਤਾਂ ਕਿ ਯੂਕਰੇਨ ਨੂੰ ਦਿੱਤਾ। ਮੈਂ ਇੱਥੇ ਗਲਤ ਕਹਿ ਗਿਆ। ਹੌਕ 에ਅਰ ਡਿਫੈਂਸ ਸਿਸਟਮ ਜਿਹੜਾ ਸਟੋਰੇਜ 'ਚ ਪਿਆ ਸੀ, ਉਹ ਚੁੱਕ ਕੇ ਯੂਕਰੇਨ ਨੂੰ ਭੇਜ ਦਿੱਤਾ ਤਾਂ ਕਿ ਉਹ ਰਸ਼ੀਅਨ ਡਰੋਨਸ ਤੇ ਰਸ਼ੀਅਨ ਮਿਸਾਈਲਾਂ ਦੇ ਖਿਲਾਫ ਵਰਤ ਸਕਣ। ਅੱਛਾ। ਸੋ ਇਹਦੇ ਨਾਲ ਸਿਚੁਏਸ਼ਨ ਕਾਫੀ ਕੰਪਲੀਕੇਟ ਹੋ ਗਈ ਤੇ ਡਰਟੀ ਬੰਬ ਦੀ ਵਾਰਨਿੰਗ ਕਰਕੇ ਖਰਸਨ ਰੀਜਨ ਦੇ ਵਿੱਚ ਆਲਰੇਡੀ ਲੋਕਾਂ ਦੀ ਇਵੈਕੂਏਸ਼ਨ ਵੀ ਹੋਣ ਲੱਗੀ। ਅੱਛਾ। ਇਹ ਆਸਾਰ ਨਜ਼ਰ ਆ ਰਹੇ ਨੇ ਕਿ ਸ਼ਾਇਦ ਰਸ਼ੀਆ ਡਰਟੀ ਬੰਬ ਚਲਾਵੇ ਜਾਂ ਕੋਈ ਕਨਵੈਨਸ਼ਨਲ ਨਿਊਕਲੀਅਰ ਵੈਪਨ ਦਾ ਯੂਜ਼ ਕਰੇ। ਹੁਣ ਅੱਗੇ ਕੁਐਸਚਨ ਕੀ ਪੈਦਾ ਹੁੰਦਾ? ਰਸ਼ੀਆ ਨੇ ਇੱਕ ਬਹੁਤ ਵੱਡੀ ਮਿਲਟਰੀ ਦੀ ਐਕਸਰਸਾਈਜ਼ ਕੀਤੀ ਹੈ, ਇਹ ਕਹਿ ਕੇ ਕਿ ਜੇ ਰਸ਼ੀਆ ਦੇ ਉੱਤੇ ਨਿਊਕਲੀਅਰ ਅਟੈਕ ਹੁੰਦਾ ਤਾਂ ਰਸ਼ੀਆ ਮੈਸਿਵ ਨਿਊਕਲੀਅਰ ਅਟੈਕ ਕਰਕੇ ਰਿਸਪੌਂਡ ਕਰੂਗਾ। ਸੋ ਇਸ ਕਰਕੇ ਰਸ਼ੀਆ ਨੇ ਇੱਕ ਗਰਾਊਂਡ, ਸੀ ਤੇ 에ਅਰ ਸਟ੍ਰੈਟੇਜਿਕ ਡਿਟਰੈਂਸ ਫੋਰਸਸ ਦੀ ਐਕਸਰਸਾਈਜ਼ ਕੀਤੀ ਹੈ। ਉਹਦੇ ਵਿੱਚ ਬਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ ਨੇ। ਉਹਦੇ ਵਿੱਚ ਈਵਨ ਸਟੇਟ ਮੀਡੀਆ ਨੇ ਸ਼ੋਅ ਕੀਤਾ ਕਿ ਸਬਮਰੀਨ ਕਰੂ ਦੇ ਵਿੱਚੋਂ ਸਨੀਵਾ ਬਲਿਸਟਿਕ ਮਿਸਾਈਲਸ ਬੈਰੈਂਟ ਸੀ ਦੇ ਵਿੱਚ, ਆਰਕਟਿਕ ਦੇ ਵਿੱਚ, ਕੈਨੇਡਾ ਦੇ ਨਾਰਥ ਦੇ ਵਿੱਚ ਉਹ ਚਲਾਈਆਂ ਨੇ। ਉਹਨਾਂ ਦੀ ਤਿਆਰੀ ਕੀਤੀ, ਮੀਡੀਆ ਦੇ ਉੱਤੇ ਸ਼ੋਅ ਕੀਤਾ। ਫਿਰ ਉਹਨਾਂ ਨੇ ਜਿਹੜੀਆਂ ਯਾਰਜ਼ ਲੈਂਡ ਬੇਸਡ ਇੰਟਰਕੌਂਟੀਨੈਂਟਲ ਬਲਿਸਟਿਕ ਮਿਸਾਈਲਾਂ ਨੇ,
ਇੰਟਰਕੌਂਟੀਨੈਂਟਲ ਲੌਂਗ ਰੇਂਜ ਵਾਲੀਆਂ। ਇਹਦਾ ਮਤਲਬ ਬਾਕੀ ਦੇਸ਼ਾਂ ਦੇ ਉੱਤੇ ਵੀ ਅਟੈਕ ਕਰਨ ਦੀ ਸੰਭਾਵਨਾ ਹੈ, ਇਕੱਲੇ ਯੂਕਰੇਨ ਤੱਕ ਸੀਮਤ ਨਹੀਂ। ਤੇ ਜਿਹੜੀ ਇਹ ਯਾਰਜ਼ ਹੈਗੀਆਂ ਲੈਂਡ ਇੰਟਰਕੌਂਟੀਨੈਂਟਲ ਮਿਸਾਈਲਾਂ, ਇਹ ਨਾਰਥ ਪਲੈਸਕ ਦੇ ਵਿੱਚੋਂ ਤੇ ਫਿਰ ਮਿਸਾਈਲਾਂ ਕਮਚਤਕਾ ਰੀਜਨ ਦੇ ਵਿੱਚੋਂ ਅਟਲਾਂਟਿਕ ਕੈਨੇਡਾ ਤੋਂ ਉਹਨਾਂ ਨੇ ਦਾਗੀਆਂ ਨੇ। ਇਸੇ ਤਰ੍ਹਾਂ ਹੀ T-95 ਸਟ੍ਰੈਟੇਜਿਕ ਬੰਬਰਸ ਉਹਨਾਂ ਨੇ ਲਾਂਚ ਕੀਤੀਆਂ ਨੇ ਕਰੂਜ਼ ਮਿਜ਼ਾਈਲਾਂ 에ਅਰ ਤੋਂ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਐਕਸਰਸਾਈਜ਼ ਕੀਤੀ ਹੈ ਕਾਫੀ ਵੱਡੇ ਲੈਵਲ ਦੀ ਸੀ। ਤੇ ਪ੍ਰੈਜ਼ੀਡੈਂਟ ਪੁਟਿਨ ਨੇ ਕੰਟਰੋਲ ਰੂਮ ਦੇ ਵਿੱਚ ਬੈਠ ਕੇ ਸਾਰੀ ਐਕਸਰਸਾਈਜ਼ ਦੇਖੀ ਹੈ, ਖੁਦ ਆਪ ਮੋਨੀਟਰ ਕੀਤੀ ਹੈ। ਬਾਅਦ 'ਚ ਉਹਨਾਂ ਨੇ ਕਮੈਂਟ ਕੀਤਾ ਕਿ ਜੋ ਇਹਦਾ ਆਬਜੈਕਟਿਵ ਸੀ ਉਹ ਫੁੱਲਫਿਲ ਹੋ ਗਿਆ ਤੇ ਜਿੰਨੇ ਵੀ ਟਾਰਗੇਟ ਸੀ ਉਹ ਸਹੀ ਤਰੀਕੇ ਨਾਲ ਸਾਰੇ ਹਿੱਟ ਕੀਤੇ ਗਏ ਨੇ। ਦੂਸਰੇ ਪਾਸੇ ਨੇਟੋ ਨੇ ਵੀ ਇੱਕ ਸਾਲਾਨਾ ਐਕਸਰਸਾਈਜ਼ ਕਰਨੀ ਹੁੰਦੀ ਹੈ। ਉਹਨਾਂ ਨੇ ਵੀ ਨਿਊਕਲੀਅਰ ਤਿਆਰੀ ਦੇ ਲਈ ਇੱਕ ਐਕਸਰਸਾਈਜ਼ ਕੀਤੀ ਹੈ ਨਾਰਥ ਵੈਸਟ ਯੂਰਪ ਦੇ ਵਿੱਚ, ਜਿਹੜੀ ਕਿ 30 ਅਕਤੂਬਰ ਤੱਕ ਇਹ ਐਕਸਰਸਾਈਜ਼ ਚੱਲਣੀ ਹੈ। ਇਸ ਐਕਸਰਸਾਈਜ਼ ਦੇ ਵਿੱਚ 60 에ਅਰਕ੍ਰਾਫਟਸ, US ਲੌਂਗ ਰੇਂਜ ਬੰਬਰਸ B-52 ਉਹ ਵਰਤੇ ਨੇ ਤੇ ਇਹਦੇ ਨਾਲ ਫਾਈਟਰ ਜੈਟਸ ਜਿਨ੍ਹਾਂ ਦੀ ਨਿਊਕਲੀਅਰ ਵੈਪਨ ਕੈਰੀ ਕਰਨ ਦੀ ਕੈਪੇਬਿਲਿਟੀ ਹੈ ਉਹ ਯੂਜ਼ ਕੀਤੇ ਨੇ। ਸੋ ਇਹਦਾ ਮਤਲਬ ਨੇਟੋ ਨੇ ਵੀ ਬੜੀਆਂ ਵੱਡੀਆਂ ਐਕਸਰਸਾਈਜ਼ ਨਿਊਕਲੀਅਰ ਐਕਸਰਸਾਈਜ਼ਾਂ ਦੇ ਮੁਕਾਬਲੇ 'ਚ ਕੀਤੀਆਂ ਨੇ। ਪੈਂਟਾਗਨ ਨੇ ਸਟੇਟਮੈਂਟ ਦਿੱਤੀ ਹੈ ਵਾਈਟ ਹਾਊਸ ਨੇ ਕਿ ਇੱਕ ਗੱਲ ਰਸ਼ੀਆ ਨੇ ਚੰਗੀ ਕੀਤੀ ਹੈ ਕਿ ਰਸ਼ੀਆ ਤੇ ਅਮਰੀਕਾ ਦੇ ਵਿੱਚ ਇੱਕ ਆਰਮਸ ਕੰਟਰੋਲ ਐਗਰੀਮੈਂਟ ਸਾਈਨ ਹੋਇਆ, ਜਿਹਦੇ ਤਹਿਤ ਪਹਿਲਾਂ ਇੱਕ ਦੂਜੇ ਨੂੰ ਨੋਟੀਫਾਈ ਕਰਨਾ ਪੈਂਦਾ ਜੇ ਕਿ ਉਹ ਨਿਊਕਲੀਅਰ ਵੈਪਨਸ ਦੇ ਨਾਲ ਰਿਲੇਟਡ ਐਕਸਰਸਾਈਜ਼ ਕਰਦੇ ਨੇ। ਰਸ਼ੀਆ ਨੇ ਵਾਈਟ ਹਾਊਸ ਨੂੰ ਤੇ ਪੈਂਟਾਗਨ ਨੂੰ ਪਹਿਲਾਂ ਇਨਫੋਰਮ ਕਰ ਦਿੱਤਾ ਕਿ ਉਹ ਆ ਫਲਾਨੀਆਂ ਐਕਸਰਸਾਈਜ਼ ਕਰਨ ਜਾ ਰਹੇ ਨੇ। ਹੁਣ ਜੇ ਅਸੀਂ ਦੇਖੀਏ ਇਸ ਸਾਰੇ ਇਸ਼ੂ ਨੂੰ, ਗਵਰਨਮੈਂਟ ਸਾਰੀਆਂ ਸਾਈਡਾਂ 'ਤੇ ਵੱਡੀਆਂ ਥ੍ਰੈਟਸ ਦੇ ਰਹੀਆਂ ਨੇ ਨਿਊਕਲੀਅਰ ਵੈਪਨ ਯੂਜ਼ ਕਰਨ ਦੀਆਂ। ਮਿਲਟਰਾਈਜੇਸ਼ਨ ਹੈ ਜਿਹੜੀ ਉਹ ਬੜੀ ਵੱਡੇ ਲੈਵਲ 'ਤੇ ਜੀਓਪੋਲੀਟੀਕਲ ਸਿਚੁਏਸ਼ਨ ਨੂੰ ਚੇਂਜ ਕਰ ਰਹੀ ਹੈ ਤੇ ਗਵਰਨਮੈਂਟਾਂ ਐਕਸ਼ਨ ਲੈ ਰਹੀਆਂ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੀ ਪੋਸੀਬਿਲਿਟੀ ਸੀ, ਸੰਭਵ ਸੀ ਨਿਊਕਲੀਅਰ ਵਾਰ, ਉਹਦੇ ਹੁਣ ਆਸਾਰ ਪਹਿਲਾਂ ਨਾਲੋਂ ਵੱਧ ਚੁੱਕੇ ਨੇ। ਪਹਿਲਾਂ ਪੋਸੀਬਲ ਸੀ, ਹੁਣ ਉਹਦੀ ਪ੍ਰੋਬੇਬਿਲਿਟੀ ਪਹਿਲਾਂ ਨਾਲੋਂ ਵੱਧ ਚੁੱਕੀ ਹੈ। ਤੇ ਨਿਊਕਲੀਅਰ ਵਾਰ ਦਾ ਜਿਹੜਾ ਖਤਰਾ ਹੈ, ਕੋਲਡ ਵਾਰ ਜਿਹੜੀ 60s ਦੇ ਵਿੱਚ ਸੀ, ਉਹਦੇ ਨਾਲੋਂ ਹੁਣ ਪਹਿਲੀ ਵਾਰੀ ਇੰਨਾ ਵੱਡਾ ਖਤਰਾ ਮੰਡਲਾ ਰਿਹਾ। ਜੇ ਇੱਕ ਵੀ ਕੋਈ ਗਲਤੀ ਹੋ ਗਈ, ਇੱਕ ਵੀ ਕੋਈ ਮਿਸਕੈਲਕੂਲੇਸ਼ਨ ਹੋ ਗਈ ਤਾਂ ਨਿਊਕਲੀਅਰ ਕੈਟਾਸਟ੍ਰੋਫੀ ਹੋ ਸਕਦੀ ਹੈ, ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। 1945 ਦੇ ਵਿੱਚ ਜਦੋਂ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਉੱਪਰ ਅਮਰੀਕਾ ਨੇ ਨਿਊਕਲੀਅਰ ਬੰਬ ਸਿੱਟੇ ਨੇ ਤਾਂ 3,40,000 ਲੋਕ ਡਾਇਰੈਕਟਲੀ ਤੇ ਇਨਡਾਇਰੈਕਟਲੀ ਮਰੇ। ਉਸ ਟਾਈਮ ਤੇ ਜਿਹੜੇ ਬੰਬ ਸੀਗੇ ਉਹਨਾਂ ਦੀ ਪਾਵਰ ਘੱਟ ਸੀਗੀ। ਹੁਣ ਜਿਹੜੇ ਇਹ ਐਕਸਰਸਾਈਜ਼ਾਂ 'ਚ ਬੰਬ ਯੂਜ਼ ਕੀਤੇ ਨੇ ਉਹਨਾਂ ਦੀ ਪਾਵਰ ਉਹਨਾਂ ਨਾਲੋਂ 20 ਗੁਣਾ ਜ਼ਿਆਦਾ ਹੈ, 20 ਟਾਈਮਸ ਮੋਰ। ਜਦ ਕਿ ਇਹ ਥ੍ਰੈਟਸ ਨੇ ਜਿਹੜੀਆਂ ਵੈਪਨਸ ਦੀਆਂ, ਇਹਨਾਂ ਦੇ ਨਾਲ ਨਿਊਕਲੀਅਰ ਵੈਪਨਸ ਦੀ ਜਿਹੜੀ ਇਹ ਸੋਚ ਲਓ ਕਿ ਖਤਰਾ ਜ਼ਿਆਦਾ ਮੰਡਲਾ ਰਿਹਾ। ਈਵਨ ਇੱਥੇ ਤੱਕ ਵੀ ਕਿ ਜਿਨ੍ਹਾਂ ਦੇਸ਼ਾਂ ਕੋਲ ਨਿਊਕਲੀਅਰ ਬੰਬ ਨਹੀਂ ਹੈਗੇ, ਯੂਕਰੇਨ ਕੋਲ ਨਿਊਕਲੀਅਰ ਬੰਬ ਨਹੀਂ ਹੈ, ਉਹਨਾਂ ਨੂੰ ਵੀ ਥ੍ਰੈਟ ਆ ਰਹੀਆਂ ਨਿਊਕਲੀਅਰ ਬੰਬਸ ਦੀਆਂ। ਹੋਰ ਵੀ ਕਈ ਦੇਸ਼ ਨੇ ਜਿਨ੍ਹਾਂ ਕੋਲ ਨਿਊਕਲੀਅਰ ਬੰਬ ਹੈ ਨਹੀਂ, ਪਰ ਉਹਨਾਂ ਨੂੰ ਇਹ 9 ਕੰਟਰੀ ਜਿਨ੍ਹਾਂ ਕੋਲ ਨਿਊਕਲੀਅਰ ਬੰਬਸ ਨੇ ਇਹ ਥ੍ਰੈਟ ਦੇ ਰਹੇ ਨੇ ਬਾਕੀ ਦੇਸ਼ਾਂ ਨੂੰ, ਜਿਹੜੀ ਕਿ ਇੱਕ ਹਿਊਮਨ ਰੇਸ ਦੇ ਲਈ ਤੇ ਬਾਕੀ ਦੀ ਸਾਰੀ ਕਾਇਨਾਤ ਲਈ, ਦੁਨੀਆਦਾਰੀ ਦੇ ਲਈ ਜਾਂ ਜਾਨਵਰ ਜੋ ਰਹਿੰਦੇ ਨੇ ਉਹਨਾਂ ਲਈ ਇੱਕ ਇੱਦਾਂ ਦਾ ਖਤਰਾ ਕਿ ਉਹਨਾਂ ਦੀ ਸਰਵਾਈਵਲ ਦੇ ਲਈ ਇਹ ਚੁਣੌਤੀ ਹੈ। ਇਹ ਵੀ ਹੋ ਸਕਦਾ ਕਿ ਜੇ ਨਿਊਕਲੀਅਰ ਬੰਬ ਚੱਲਦੇ ਨੇ ਹਿਊਮਨ ਰੇਸ, ਕਿਉਂਕਿ ਬੰਬ ਵੱਡੇ ਹੋ ਗਏ, ਪਾਵਰਫੁਲ ਹੋ ਗਏ ਤੇ ਜ਼ਿਆਦਾ ਕੰਟਰੀਆਂ ਕੋਲੇ ਹੋ ਗਏ, 9 ਕੰਟਰੀਜ਼ ਕੋਲੇ ਹੋ ਗਏ, ਤਾਂ ਉਹਦੇ ਨਾਲ ਹਿਊਮਨ ਸਰਵਾਈਵਲ ਦੇ ਲਈ ਵੀ ਖਤਰਾ ਹੈ। ਪਹਿਲਾਂ ਇੱਕ ਟੈਬੂ ਸੀ, ਇੱਕ ਵਹਿਮ ਸੀ ਕਿ ਨਿਊਕਲੀਅਰ ਵਾਰ ਨਹੀਂ ਹੋਣੀ, ਨਿਊਕਲੀਅਰ ਵੈਪਨ ਦਾ ਯੂਜ਼ ਨਹੀਂ ਹੋਣਾ। ਹੁਣ ਉਹ ਵਹਿਮ ਸੀ ਜਿਹੜਾ ਲੋਕਾਂ ਦੇ ਮਨਾਂ 'ਚੋਂ ਨਿਕਲ ਚੁੱਕਿਆ। ਤੇ ਜਿਹੜੀਆਂ ਟਰੀਟੀਜ਼ ਬਣਾਈਆਂ ਗਈਆਂ ਸੀ, ਚਾਹੇ NPT ਆ, CTBT ਆ ਜਾਂ ਹੋਰ ਟਰੀਟੀਆਂ ਸੀ, ਉਹ ਕਿੱਥੇ ਗਈਆਂ? ਹੁਣ ਤਾਂ ਉਹਨਾਂ ਦੀ ਗੱਲਬਾਤ ਨਹੀਂ ਕਰ ਰਹੇ ਤੇ ਨਿਊਕਲੀਅਰ ਥ੍ਰੈਟਸ ਸ਼ਰੇਆਮ ਹੋਣ ਲੱਗੀਆਂ। ਤੇ ਨਿਊਕਲੀਅਰ ਡਿਸਆਰਮਾਮੈਂਟ ਦੀ ਇਸ ਵੇਲੇ ਦੁਨੀਆ ਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਇੱਕ ਵਾਰੀ ਫੇਰ ਲੋੜ ਮਹਿਸੂਸ ਹੋ ਰਹੀ ਹੈ। ਤੇ ਇਦਾਂ ਲੱਗ ਰਿਹਾ ਕਿ ਇਹ ਸਥਿਤੀ ਹੈ ਜਿਹੜੀ ਇਹ ਚੰਗੇ ਪਾਸੇ ਜਾਣ ਦੀ ਹੈ, ਮਾੜੇ ਪਾਸੇ ਜਾ ਰਹੀ ਹੈ। ਬਿਲਕੁਲ ਜੀ, ਇਹ ਕੋਈ ਚੰਗੀ ਖਬਰ ਮੇਰਾ ਨਹੀਂ ਖਿਆਲ ਹੁਣ ਤੱਕ ਇਸ ਬੰਨਿਓ ਆਈ ਹੋਏ ਵੀ ਜਿੱਧਰ ਕਿਸੇ ਨੇ ਕੋਈ ਗੱਲ ਮੁਕਾਉਣ ਵਾਲੀ ਜਾਂ ਰਕਾਉਣ ਵਾਲੀ ਜਾਂ ਘਟਾਉਣ ਵਾਲੀ ਗੱਲ ਕੀਤੀ ਹੋਏ, ਹਮੇਸ਼ਾ ਵੱਧ ਚੜ ਕੇ ਅੱਗੇ ਨੂੰ ਨਿੱਕਾ ਦਿਖਾ ਕੇ ਆਪ ਵੱਡਿਆਂ ਬਣਨ ਵਾਲੀਆਂ ਹੋਈਆਂ, ਉਹਦੇ ਵਿੱਚ ਤੇ ਫਿਰ ਨੁਕਸਾਨ ਹੋਣਾ ਲਗਭਗ ਤੈਅ ਹੀ ਹੁੰਦਾ। ਖੈਰ ਹੁਣ ਅਸੀਂ ਨਾਰਥ ਕੋਰੀਆ ਦੇ ਨਾਲ ਸੰਬੰਧਿਤ ਗੱਲ ਕਰਨੀ ਹੈ, ਕਿਉਂਕਿ ਵੀ ਉਹ ਕਹਿੰਦਾ ਵੀ ਜੇ ਬਾਕੀ ਸਭ ਚੱਲੇ ਤੇ ਮੈਂ ਹੁਣ ਪਛਾਣ ਕਿਉਂ ਰਵਾਂ,
ਵੀ ਬਾਕੀ ਦੇਸ਼ ਜੇ ਨਿਊਕਲੀਅਰ ਟੈਸਟ ਕਰ ਰਹੇ ਆ ਤੇ ਬਈ ਆਪਾਂ ਕੋਈ ਪਿੱਛੇ ਰਹਿਣਾ, ਉਹ ਵੀ ਤਾਨਾਸ਼ਾਹੀ ਦੇ ਵਿੱਚ ਆਪਣੇ ਆਪ 'ਚ ਮੋਹਰੀ ਨੇ ਪੂਰੇ ਬਣਦੇ। ਨਾਰਥ ਕੋਰੀਆ ਵਾਲੇ ਬੰਨਿਓ ਕੀ ਖਬਰਾਂ ਨੇ ਜੀ, ਕੋਈ ਖੈਰ ਸੁੱਖ ਦੀ ਹੈ ਕਿ ਜਾਂ ਫਿਰ ਉੱਦਾਂ ਦੀਆਂ ਹੀ ਆ? ਦੇਖੋ, ਨਾਰਥ ਕੋਰੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕੰਪਲਿਕੇਟ ਇਸ ਕਰਕੇ ਹੋ ਰਹੀ ਹੈ ਕਿ 1950-1953 ਦੇ ਵਿੱਚ ਜਿਹੜੀ ਲੜਾਈ ਹੋਈ ਸੀ, ਉਦੋਂ ਬਾਅਦ ਬਾਰਡਰ ਨੂੰ ਮੰਨਿਆ ਗਿਆ ਕਿ ਇਹ ਬਾਰਡਰ ਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਵਿੱਚ। ਹੁਣ ਪਰਸੋਂ ਕੀ ਹੋਇਆ, ਤੜਕੇ ਇੱਕ ਮਰਚੈਂਟ ਸ਼ਿਪ ਨਾਰਥ ਕੋਰੀਆ ਦਾ ਸੀ ਸਾਊਥ ਕੋਰੀਆ ਦੇ ਪਾਣੀ ਵਿੱਚ। ਸਾਊਥ ਕੋਰੀਆ ਨੇ ਵਾਰਨਿੰਗ ਦੇ ਕੇ, ਬ੍ਰੌਡਕਾਸਟ ਵਾਰਨਿੰਗ ਕਰਕੇ ਉਹਨਾਂ ਤੇ ਫਾਇਰਿੰਗ ਆਪਣੇ ਪਾਣੀ ਦੇ ਵਿੱਚ ਕੀਤੀ ਤੇ ਨਾਰਥ ਕੋਰੀਆ ਨੇ 250 ਆਰਟਿਲਰੀ ਦਾ ਫਾਇਰਿੰਗ ਕਰਕੇ ਜਵਾਬ ਦਿੱਤਾ। ਫਿਰ ਨਾਰਥ ਕੋਰੀਆ ਦੇ ਬਾਰੇ ਇਹ ਸਟੇਟਮੈਂਟ ਦਿੱਤੀ ਜਾਂਦੀ ਹੈ, ਸੈਟੇਲਾਈਟ ਇਮੇਜ ਇਹ ਦੱਸਦੇ ਨੇ ਕਿ ਨਾਰਥ ਕੋਰੀਆ ਨਿਊਕਲੀਅਰ ਬੰਬ ਦੇ ਟੈਸਟ ਦੇ ਲਈ ਤਿਆਰ ਹੈ। ਆਖਰੀ ਜਿਹੜਾ ਉਹਨਾਂ ਨੇ ਟੈਸਟ ਕੀਤਾ ਉਹ 2017 ਦੇ ਵਿੱਚ ਕੀਤਾ ਸੀ ਤੇ ਹੁਣ ਇਹ 7ਵਾਂ ਟੈਸਟ ਕਰਨ ਜਾ ਰਹੇ ਨੇ। ਦੇਖਿਆ ਜਾਵੇ ਤਾਂ 2020 ਦੇ ਵਿੱਚ ਨਾਰਥ ਕੋਰੀਆ ਦੇ ਕੋਲ ਤਕਰੀਬਨ 20 ਤੋਂ 60 ਦੇ ਵਿਚਾਲੇ ਨਿਊਕਲੀਅਰ ਵੈਪਨਸ ਰਿਪੋਰਟ ਕੀਤੇ ਗਏ। ਕਿਸੇ ਨੂੰ ਪਤਾ ਤਾਂ ਹੈ ਨਹੀਂ ਐਗਜ਼ੈਕਟ ਕਿੰਨੇ ਨੇ, ਤੇ ਉਹਨਾਂ ਨੇ ਅੱਧੀ ਦਰਜਨ ਆਲਰੇਡੀ ਟੈਸਟ ਕਰ ਚੁੱਕੇ ਨੇ। ਉਹਨਾਂ ਦੇ ਵਿੱਚ ਜਿਹੜੀ ਨਿਊਕਲੀਅਰ ਟੈਸਟ ਕੀਤੇ ਨੇ ਉਹਨਾਂ ਦੀ ਸਟਰੈਂਥ ਵੱਧਦੀ ਗਈ ਹੈ। ਪਹਿਲਾਂ ਘੱਟ ਸੀ, ਪਹਿਲਾਂ ਤਾਂ ਸਿਰਫ 2006 ਦੇ ਵਿੱਚ 2 ਕਿਲੋ ਟਨ ਨਿਊਕਲੀਅਰ ਪਾਵਰ ਸੀ। ਹੁਣ 2017 ਦੇ ਵਿੱਚ ਜਦੋਂ ਆਖਰੀ ਟੈਸਟ ਕੀਤਾ ਤਾਂ 250 ਕਿਲੋ ਟਨ ਸੀ ਸਟਰੈਂਥ ਉਹਨਾਂ ਦੀ। ਸੋ ਬੜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਈ। ਜਿਹੜਾ 250 ਕਿਲੋ ਟਨ ਸਟਰੈਂਥ ਵਾਲਾ ਨਿਊਕਲੀਅਰ ਬੰਬ ਜਦੋਂ ਚੱਲਦਾ ਤਾਂ 6.3 ਰਿਚਰ ਸਕੇਲ ਦੀ ਅਰਥਕੁਏਕ ਦੇ ਬਰਾਬਰ ਹੈ। ਅੱਛਾ, ਇੰਨਾ ਭਾਰਾ ਹੁੰਦਾ, ਵੱਡਾ ਟੈਸਟ ਹੈ। ਤੇ ਜਦੋਂ ਹੀਰੋਸ਼ੀਮਾ ਦੇ ਉੱਤੇ ਬੰਬ ਸਿੱਟੇ ਗਏ 1945 'ਚ, ਉਹਦੇ ਨਾਲੋਂ 15 ਗੁਣਾ ਜ਼ਿਆਦਾ ਵੱਡੀ ਪਾਵਰ ਹੈ। ਅੱਛਾ, ਸੋ ਇਸ ਕਰਕੇ ਇਹ ਇੱਕ ਬੜੀ ਗੰਭੀਰ ਸਿਚੁਏਸ਼ਨ ਪੈਦਾ ਹੋਈ ਹੈ। ਸੋ ਨਾਰਥ ਕੋਰੀਆ ਨੇ ਐਕਚੁਅਲੀ ਸਾਊਥ ਕੋਰੀਆ ਦੇ ਨਾਲ ਕਈ ਵਾਰੀ ਉਹਨਾਂ ਦੀ ਜਿਹੜੀ ਮਿਲਟਰੀ ਦੀ ਕਨਫਰੰਟੇਸ਼ਨ ਹੋਈ ਹੈ। 2010 ਦੇ ਵਿੱਚ ਇੱਕ ਸ਼ਿਪ ਡੁੱਬਿਆ ਗਿਆ ਤੇ ਉਹਦੇ 'ਚ 50 ਬੰਦੇ ਮਾਰੇ ਗਏ। 1960 'ਚ ਇੱਕ ਵਾਰੀ ਸ਼ਿਪ ਡੁੱਬਿਆ ਗਿਆ ਤੇ ਉਹ 'ਚ 46 ਬੰਦੇ ਮਾਰੇ ਗਏ। ਸੋ ਹੁਣ ਜਿਹੜੀ ਲੜਾਈ ਚੱਲੀ ਹੈ, ਸ਼ੁਰੂ ਹੋਈ ਹੈ, ਹਜੇ ਲੜਾਈ ਨਹੀਂ ਲੱਗੀ, ਪਰ ਜਿਹੜੇ ਫਾਇਰਿੰਗ ਹੋਈ ਆਰਟਿਲਰੀ ਦੀ, ਉਹ ਇੱਕ ਇੱਦਾਂ ਦਾ ਸੰਕੇਤ ਦੇ ਰਿਹਾ ਕਿ ਸ਼ਾਇਦ ਨਿਊਕਲੀਅਰ ਟੈਸਟ ਤੋਂ ਮੁੱਖ ਰੱਖ ਕੇ ਹੋਏ ਨਾਰਥ ਕੋਰੀਆ ਅਗਰੈਸਿਵ ਹੈ। ਅਮਰੀਕਾ ਨੇ ਵਾਰਨਿੰਗ ਦਿੱਤੀ ਹੈ ਕਿ ਜੇ ਨਿਊਕਲੀਅਰ ਟੈਸਟ ਕੀਤਾ ਨਾਰਥ ਕੋਰੀਆ ਨੇ ਤਾਂ ਉਹ ਫੁੱਲ ਮਿਲਟਰੀ ਕੈਪੇਬਿਲਿਟੀਜ਼ ਦੇ ਨਾਲ ਇਹਨੂੰ ਆਪਣੇ ਜਿਹੜੇ ਉਹਨਾਂ ਦੇ ਐਲਾਈਜ਼ ਨੇ ਸਾਊਥ ਕੋਰੀਆ ਤੇ ਜਾਪਾਨ, ਉਹਨਾਂ ਨੂੰ ਡਿਫੈਂਡ ਕਰਨਗੇ। ਜੇ ਲੋੜ ਪਈ ਤਾਂ ਨਿਊਕਲੀਅਰ ਵੈਪਨ ਵੀ ਯੂਜ਼ ਕਰੂਗਾ ਰਸ਼ੀਆ। ਇਹ ਉਹਨਾਂ ਦੀ ਅਮਰੀਕਾ ਇਹ ਅਮਰੀਕਾ ਦੀ ਸਟੇਟਮੈਂਟ ਹੈ ਕਿ ਨਿਊਕਲੀਅਰ ਵੈਪਨ ਵੀ ਯੂਜ਼ ਕਰ ਸਕਦੇ ਨੇ ਜੇ ਲੋੜ ਪਈ। ਸੋ ਇਹਦੇ ਨਾਲ ਜਿਹੜਾ ਇਹ ਸਥਿਤੀ ਹੈ ਇਹ ਕੰਪਲਿਕੇਟ ਹੋ ਗਈ। ਯੂਨਾਈਟਿਡ ਸਟੇਟਸ, ਸਾਊਥ ਕੋਰੀਆ ਤੇ ਜਾਪਾਨ, ਇਹਨਾਂ ਨੇ ਰਲ ਕੇ ਕੁਝ ਐਕਸਰਸਾਈਜ਼ ਕੀਤੀਆਂ ਨੇ ਮਿਲਟਰੀ ਦੀਆਂ। ਹੋ ਸਕਦਾ ਨਾਰਥ ਕੋਰੀਆ ਉਹਦੇ ਮੁਕਾਬਲੇ 'ਚ ਜਵਾਬ ਦਿੰਦਾ ਹੋਵੇ। ਸੋ ਸਥਿਤੀ ਨਾਰਥ ਕੋਰੀਆ, ਸਾਊਥ ਕੋਰੀਆ, ਜਾਪਾਨ, ਅਮਰੀਕਾ, ਇਹਨਾਂ ਦੀ ਵੀ ਬਹੁਤੀ ਪੀਸਫੁਲ ਨਹੀਂ ਲੱਗ ਰਹੀ। ਅੱਛਾ, ਅਮਰੀਕਾ ਕਿਹਦਾ ਜਾ ਕੇ ਸਾਥ ਦਊਗਾ? ਉਧਰ ਯੂਕਰੇਨ ਦਾ ਸਾਥ ਦਊਗਾ, ਕਿਧਰਲੇ ਬੰਨੇ ਸਾਊਥ ਕੋਰੀਆ, ਜਾਪਾਨ ਦਾ ਸਾਥ ਦਊ। ਨੇਟੋ ਦੇ ਵੀ ਕੰਟਰੀਜ਼ ਨਾਲ ਨੇ ਬਾਕੀ, ਪਰ ਇਹ ਵੀ ਕੀ ਫਰਜ਼ ਬਣਦਾ ਜਾਂ ਫਿਰ ਵਰਲਡ ਸੁਪਰ ਪਾਵਰ ਆਪਣੀ ਦਿਖਾਉਂਦਾ ਇਸ ਢੰਗ ਤਰੀਕੇ ਦੇ ਨਾਲ? ਦੇਖੋ, ਇਹ ਤੋਂ ਇਲਾਵਾ ਤਾਇਵਾਨ, ਚਾਈਨਾ ਦਾ ਵੀ ਮਸਲਾ। ਹਾਂ, ਉੱਧਰ ਜਾ ਕੇ ਤਾਇਵਾਨ। ਇਸ ਕਰਕੇ ਅਮਰੀਕਾ ਜਿਹੜਾ ਉਹ ਆਪਣਾ ਮਿਲਟਰੀ ਮਸਲ, ਕਿਉਂਕਿ ਦੁਨੀਆ 'ਚ ਸਾਰਿਆਂ ਨਾਲੋਂ ਵੱਧ ਮਿਲਟਰੀ ਬਜਟ ਹੈ ਜਿਹੜਾ ਅਮਰੀਕਾ ਦਾ, ਕਾਫੀ ਗੁਣਾ ਜ਼ਿਆਦਾ ਬਾਕੀ ਦੇਸ਼ਾਂ ਨਾਲੋਂ, ਤੇ ਨੇਟੋ ਦੇ ਵਿੱਚ ਵੀ ਉਹਨਾਂ ਦਾ ਰੋਲ ਸਿਗਨੀਫਿਕੈਂਟ ਹੈ। ਸੋ ਇਸ ਕਰਕੇ ਜਿਹੜੀ ਸਰਪੰਚੀ ਆਪਦੀ ਦੁਨੀਆ ਦੀ ਉਹਨੂੰ ਮੁੱਖ ਰੱਖਦੇ ਹੋਏ ਅਮਰੀਕਾ ਹਰ ਪਾਸੇ ਵਾਰਨਿੰਗਾਂ ਵੀ ਦੇ ਰਿਹਾ ਤੇ ਕਿਸੇ ਨੂੰ ਬਚਾਉਣ ਦੇ ਲਈ ਵਾਅਦੇ ਵੀ ਕਰ ਰਿਹਾ। ਅੱਛਾ, ਚੀਨ ਦੇ ਵਿੱਚ ਹੁਣ ਨਵੇਂ ਉਹਨਾਂ ਦੇ ਬਣੇ ਨੇ ਜਿਹੜੇ ਪ੍ਰੈਜ਼ੀਡੈਂਟ, ਹਾਂਜੀ, ਤੇ ਉਸ ਤੋਂ ਬਾਅਦ ਹੁਣ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੋਣਗੀਆਂ ਜਿਹੜੀਆਂ ਨਵੀਆਂ ਬਣਨਗੀਆਂ। ਕੋਈ ਹਾਈ ਲੈਵਲ ਕਮੇਟੀ ਵੀ ਕਹਿੰਦੇ ਉਹਨਾਂ ਦੀ ਨਵੀਆਂ ਬਣੀਆਂ ਨੇ। ਕੀ ਹੋਰ ਚੇਂਜਿਸ ਆਈਆਂ ਨੇ ਚੀਨ ਦੇ ਪੋਲੀਟੀਕਲ ਢਾਂਚੇ ਦੇ ਵਿੱਚ? ਦੇਖੋ, ਚੀਨ ਦੇ ਵਿੱਚ 69 ਸਾਲਾ ਸ਼ੀ ਜਿਨਪਿੰਗ, ਜਿਹੜੇ ਕਿ 2012 ਦੇ ਵਿੱਚ ਜਨਰਲ ਸੈਕਟਰੀ ਬਣੇ ਸੀ ਕਮਿਊਨਿਸਟ ਪਾਰਟੀ ਦੇ ਤੇ ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ ਚਾਈਨਾ ਦੇ, ਤੇ ਉਹਨਾਂ ਦੀ ਤੀਸਰੀ 5 ਸਾਲਾ ਟਰਮ ਨਿਯੁਕਤ ਕੀਤੀ ਗਈ ਹੈ, ਜਿਹੜਾ ਕਿ ਬਹੁਤ ਦੇਰ ਬਾਅਦ ਹੋਇਆ ਕਿ ਤੀਸਰੀ ਟਰਮ ਦਿੱਤੀ ਗਈ। ਉਹਨਾਂ ਦਾ ਸੰਵਿਧਾਨ ਤਾਂ ਸਿਰਫ 2 ਟਰਮਾਂ ਹੀ ਦਿੰਦਾ ਸੀਗਾ, ਤੇ ਤੀਸਰੀ ਟਰਮ ਦਿੱਤੀ ਗਈ ਹੈ। ਉਹਦੇ ਵਿੱਚ ਕਈ ਚੀਜ਼ਾਂ ਇੱਦਾਂ ਦੀਆਂ ਵਾਪਰੀਆਂ ਨੇ ਜਿਨ੍ਹਾਂ ਦੇ ਉੱਤੇ ਦੁਨੀਆ ਆਕਰਸ਼ਿਤ ਹੋਈ ਹੈ। ਇੱਕ 79 ਸਾਲਾ ਪੁਰਾਣੇ ਪ੍ਰਧਾਨ ਸੀ ਉਹਨਾਂ ਦੇ, ਹੂ ਜਿੰਗਟਾਓ, ਉਹਨਾਂ ਨੂੰ ਅਸਕੌਟ ਕੀਤਾ ਗਿਆ ਫੋਰਸਫੁਲੀ, ਤੇ ਇਹਦਾ ਮਤਲਬ ਉਹਨਾਂ ਨੂੰ ਬਾਹਰ ਕੱਢਿਆ। ਉਦੋਂ ਬਾਅਦ ਉਹ ਦਿਖਾਈ ਨਹੀਂ ਦਿੱਤੇ ਅਜੇ ਤਾਈਂ ਜਦੋਂ ਬਾਹਰ ਕੱਢੇ ਗਏ ਨੇ। ਤੇ ਇੱਦਾਂ ਲੱਗ ਰਿਹਾ ਕਿ ਪਾਰਟੀ ਦੇ ਵਿੱਚ ਕੁਝ
ਕਿੰਤੂ ਪ੍ਰੰਤੂ ਹੋਣਗੇ, ਕੋਈ ਡਿਸਐਗਰੀਮੈਂਟਸ ਹੋਣਗੇ, ਤੇ ਉਹਨਾਂ ਨੂੰ ਲੈ ਕੇ ਇਹ ਚੀਜ਼ਾਂ ਕੀਤੀਆਂ ਗਈਆਂ। ਇੱਕ ਹੋਰ ਵੀ ਵਿਅਕਤੀ ਸੀ ਜਿਹੜੇ ਕਿ ਤੀਸਰੇ ਲੈਵਲ ਦੇ ਬੰਦੇ ਸੀ, ਉਹਨਾਂ ਦੀ ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਉਹਦੇ ਵਿੱਚ, ਉਹਨਾਂ ਨੂੰ ਵੀ ਵਿੱਚੋਂ ਕੱਢਿਆ ਗਿਆ। ਪ੍ਰੀਮੀਅਰ ਲੀ ਕੀ ਕਿਆਂਗ, ਅੱਛਾ, ਉਹ 68 ਸਾਲਾਂ ਦੇ ਨੇ, ਉਹਨਾਂ ਨੂੰ ਵੀ ਡ੍ਰੌਪ ਕੀਤਾ ਗਿਆ ਨਵੀਂ ਲੀਡਰਸ਼ਿਪ ਕਮੇਟੀ ਦੇ ਵਿੱਚੋਂ। ਤੇ ਹੁਣ ਜਿਹੜੀ ਨਵੀਂ ਲੀਡਰਸ਼ਿਪ ਕਮੇਟੀ ਬਣੀ ਆ ਉਹਦੇ ਚ 7 ਵਿਅਕਤੀ ਹੁੰਦੇ ਨੇ ਇਹਨਾਂ ਦੇ, ਉਹਨੂੰ ਸਟੈਂਡਿੰਗ ਕਮੇਟੀ ਕਹਿੰਦੇ ਨੇ। ਉਸ ਸਟੈਂਡਿੰਗ ਕਮੇਟੀ ਦੇ ਵਿੱਚ ਫਸਟ ਪੋਜੀਸ਼ਨ ਤਾਂ ਹੁੰਦੀ ਹੈ ਪ੍ਰੈਜ਼ੀਡੈਂਟ ਦੀ, ਸੋ ਸ਼ੀ ਜਿਨਪਿੰਗ ਪਹਿਲੀ ਪੋਜੀਸ਼ਨ ਤੇ ਹੈ। ਜਿਹੜੀ ਬਾਕੀ ਦੀਆਂ 6 ਪੋਜੀਸ਼ਨਸ ਨੇ ਉਹ ਸਾਰੇ ਲੋਇਲਿਸਟ ਬੰਦੇ ਨੇ ਆਪ ਦੇ, ਉਹਨਾਂ ਦੀ ਪਾਰਟੀ ਦੇ ਜਾਂ ਉਹਨਾਂ ਦੇ ਹੱਕ ਵਾਲੇ ਬੰਦੇ। ਉਹਦੇ ਵਿੱਚ 3 ਜਨਰਲ ਨੇ ਮਿਲਟਰੀ ਦੇ, ਉਹਨਾਂ 'ਚੋਂ ਇੱਕ ਜਨਰਲ ਹੇ ਵੇ ਡੋਂਗ, ਤੇ ਜਿਹੜਾ ਇਸ ਵੇਲੇ PLA ਦਾ ਚੇਅਰਮੈਨ ਬਣਾਇਆ ਗਿਆ ਸਟੈਂਡਿੰਗ ਕਮੇਟੀ ਦਾ, ਤੇ 2 ਹੋਰ ਜਨਰਲ ਨੇ, ਜਨਰਲ ਯੈਂਗ ਯੂਆ ਤੇ ਜਨਰਲ ਸ਼ੂ ਕਿਲਿੰਗ। ਇਹ ਦੋਨੋਂ ਜਨਰਲ ਉਹ ਨੇ, ਇੱਕ ਵੈਸਟ ਕਮਾਂਡ ਦਾ ਇੰਚਾਰਜ ਸੀ ਜਿਹੜਾ ਤਾਇਵਾਨ ਨੂੰ ਹੈਂਡਲ ਕਰਦਾ, ਦੂਸਰਾ ਜਿਹੜਾ ਪੈਸੀਫਿਕ ਦੇ ਵਿੱਚ ਇੰਡੀਆ ਦੇ ਡਿਸਪਿਊਟ ਨੂੰ ਹੈਂਡਲ ਕਰਦਾ ਸੀ, ਉਹਨਾਂ ਨੂੰ ਵਿੱਚ ਲਿਆਂਦਾ ਗਿਆ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਪਾਵਰਫੁਲ ਕਮੇਟੀ ਹੈ ਉਹਦੇ ਵਿੱਚ ਤਾਇਵਾਨ ਤੇ ਇੰਡੀਆ ਨੂੰ ਮੁੱਖ ਰੱਖ ਕੇ ਕਮੇਟੀ ਬਣਾਈ ਗਈ ਹੈ। ਹੁਣ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਹੈ ਜਿਹੜਾ ਉਹਨੂੰ ਕਾਂਗਰਸ ਦੇ ਉਹਨੂੰ ਆਪਣੀ ਜਿਹੜੀ ਲੈਜਿਸਲੇਸ਼ਨ ਆ ਉਹਦਾ ਵੀ ਇੰਚਾਰਜ ਨਾਲ ਬਣਾਇਆ ਜਾਂਦਾ। ਇਹਦਾ ਮਤਲਬ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਤਾਇਵਾਨ, ਇੰਡੀਆ ਤੇ ਲੈਜਿਸਲੇਸ਼ਨ ਨੂੰ ਮੁੱਖ ਰੱਖ ਕੇ ਬਣਾਇਆ। ਜਿਹੜੇ ਵਿਅਕਤੀ ਇਕਨੋਮੀ ਦੇ ਉੱਤੇ ਫੋਕਸ ਕਰਦੇ ਸੀਗੇ ਕਿ ਚਾਈਨਾ ਦੀ ਇਕਨੋਮੀ ਨੂੰ ਇੰਪਰੂਵ ਕਰਨਾ, ਉਹਨਾਂ ਨੂੰ ਬਾਹਰ ਕੱਢਿਆ ਗਿਆ। ਤੇ ਈਵਨ ਇੱਥੋਂ ਤੱਕ ਕਿ ਚਾਈਨਾ ਦੀ ਜਿਹੜੀ ਇਸ ਵੇਲੇ ਇਕਨੋਮਿਕ ਸਿਚੁਏਸ਼ਨ ਹੈ ਉਹ ਡਾਊਨਫਾਲ ਵੱਲ ਜਾ ਰਹੀ ਹੈ। ਫੋਰਨ ਇਨਵੈਸਟਰਸ ਲੀਵ ਕਰ ਰਹੇ ਨੇ, 2.5 ਬਿਲੀਅਨ ਦੇ ਕਰੀਬ ਮਾਰਕੀਟ ਸ਼ੇਅਰ ਡੰਪ ਕੀਤੇ ਗਏ ਨੇ ਇਹਨਾਂ ਸਥਿਤੀਆਂ ਤੋਂ ਬਾਅਦ। ਤੇ ਹੁਣ ਸਾਰੀ ਸਥਿਤੀ ਨੂੰ ਜੇ ਅਸੀਂ ਸਮੁੱਚੇ ਤੌਰ ਤੇ ਦੇਖਦੇ ਹਾਂ ਤਾਂ ਇੱਦਾਂ ਲੱਗ ਰਿਹਾ ਕਿ ਤਾਇਵਾਨ ਦਾ ਅਟੈਕ ਉਹ ਆਲਮੋਸਟ ਨਿਯੁਕਤ ਹੋ ਚੁੱਕਿਆ ਕਿ ਹੋਏਗਾ। ਪਹਿਲਾਂ ਪੋਸੀਬਿਲਿਟੀ ਸੀ, ਹੁਣ ਲੱਗਦਾ ਕਿ ਹੋਏਗਾ। ਇਸੇ ਤਰ੍ਹਾਂ ਇੰਡੀਆ ਦਾ ਬਾਰਡਰ ਡਿਸਪਿਊਟ ਜਾਂ ਬਾਕੀ ਕੰਟਰੀਆਂ ਨਾਲ ਬਾਰਡਰ ਡਿਸਪਿਊਟ, ਉਹਨਾਂ ਦੇ ਉੱਤੇ ਚਾਈਨਾ ਮਿਲਟਰੀ ਐਕਸ਼ਨ ਦੇ ਨਾਲ ਲੜਾਈ ਲਾਏਗਾ। ਤੇ ਕਿਉਂਕਿ ਉਹਨਾਂ ਨੇ ਡਿਕਲੇਅਰ ਵੀ ਕੀਤਾ ਕਿ ਉਹ ਵਾਰ ਸ਼ੁਰੂ ਕਰਨ ਤੋਂ ਤੇ ਵਾਰ ਨੂੰ ਜਿੱਤਣ ਤੋਂ ਪਰਹੇਜ਼ ਨਹੀਂ ਕਰਨਗੇ, ਜੋ ਵੀ ਉਹਨਾਂ ਨੂੰ ਪਾਵਰ ਵਰਤਣੀ ਪਏ। ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ USA ਦੇ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਨੇ ਇੱਕ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ 4 ਦਹਾਕਿਆਂ ਤੋਂ ਅਮਰੀਕਾ ਚਾਈਨਾ ਦੀ ਅੰਡਰਸਟੈਂਡਿੰਗ ਦਾ ਇੱਕ ਮੁੱਖ ਥੰਮ ਸੀ, ਉਹ ਇਹ ਸੀ ਕਿ ਚਾਈਨਾ ਦੀ ਵਨ ਚਾਈਨਾ ਪਾਲਿਸੀ ਦੇ ਉੱਤੇ ਅਮਰੀਕਾ ਬਿਲੀਵ ਕਰੂਗਾ। ਉਹਦੇ ਤਹਿਤ USA ਤੇ ਚਾਈਨਾ ਦੇ ਵਿੱਚ ਇੱਕ ਇਹ ਅੰਡਰਸਟੈਂਡਿੰਗ ਸੀ ਕਿ ਚਾਈਨਾ ਕਦੇ ਵੀ ਤਾਇਵਾਨ ਦੇ ਉੱਤੇ ਅਟੈਕ ਨਹੀਂ ਕਰੂਗਾ। ਹੁਣ ਜਦੋਂ ਨਵੀਂ ਸਟੇਟਮੈਂਟ ਦਿੱਤੀ ਗਈ ਹੈ, ਇਹ ਅਜੋਕੀ ਸਟੇਟਮੈਂਟ ਦਿੱਤੀ ਗਈ ਹੈ ਕਿ ਚਾਈਨਾ ਤਾਇਵਾਨ ਦੇ ਉੱਤੇ ਅਟੈਕ ਕਰੂਗਾ, ਜੇ ਲੋੜ ਪਈ ਮਿਲਟਰੀ ਵੀ ਵਰਤੂਗਾ ਤਾਂ ਕਿ ਰੀਯੂਨੀਫਿਕੇਸ਼ਨ ਕੀਤੀ ਜਾਵੇ। ਜਿਹੜੀ ਮੈਂ ਕਮੇਟੀ ਮੈਂਸ਼ਨ ਕੀਤੀ ਹੈ ਸਟੈਂਡਿੰਗ ਕਮੇਟੀ, ਉਹਦੇ ਵਿੱਚ ਤਾਇਵਾਨ ਵਾਲੇ ਬੰਦਿਆਂ ਨੂੰ ਮੁੱਖ ਰੋਲ ਦਿੱਤਾ ਗਿਆ। ਸੋ ਇਸ ਕਰਕੇ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਜੋ ਉਹਨਾਂ ਦੀ ਪਹਿਲੀ ਅੰਡਰਸਟੈਂਡਿੰਗ ਸੀ ਉਹ ਨਿਰਧਾਰਿਤ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਆ ਜਿਹੜੀ ਵਧੇਗੀ। ਵੈਸੇ ਐਂਥਨੀ ਬਲਿੰਕਨ ਕੈਨੇਡਾ ਦੇ ਟੂਰ ਤੇ ਆਏ ਹੋਏ ਨੇ, ਅੱਜ ਤੇ ਕੱਲ 2 ਦਿਨ ਕੈਨੇਡਾ 'ਚ ਰਹਿਣਗੇ, ਜਿੱਥੇ ਉਹ ਇੰਡੋ ਪੈਸੀਫਿਕ ਸਿਚੁਏਸ਼ਨ ਨੂੰ, ਆਰਕਟਿਕ ਦੇ ਵਿੱਚ ਸਿਚੁਏਸ਼ਨ ਜਿਹੜੀ ਵੈਪਨ ਦੇ ਵਿੱਚ ਉਹਦੇ ਬਾਰੇ, ਈਰਾਨ, ਹੇਟੀ, ਇਹਨਾਂ ਮਾਮਲਿਆਂ ਬਾਰੇ ਵੀ ਡਿਸਕਸ ਕਰਨਗੇ। ਸੋ ਸਥਿਤੀ ਹੈ ਜਿਹੜੀ ਉਹ ਇੱਦਾਂ ਦੀ ਕੰਪਲੀਕੇਟ ਹੋ ਰਹੀ ਹੈ ਕਿ ਜੀਓ ਪੋਲੀਟੀਕਲ ਸਿਚੁਏਸ਼ਨ ਦੁਨੀਆ ਦੀ ਬਦਲਦੀ ਨਜ਼ਰ ਆ ਰਹੀ ਹੈ। ਬਿਲਕੁਲ ਠੀਕ। ਗਰੇਵਾਲ ਸਾਹਿਬ, ਅੱਜ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੀ ਜੀ। ਹੁਣ ਮੈਨੂੰ ਜੋਗਰਾਜ ਸਿੰਘ ਕਾਲਾ ਨੂੰ ਵੀ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।